ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਆਪਣੇ ਆਪ ਨੂੰ ਸਮਝਦਾ, ਉਹ ਸਮਝਦਾ ਉਹਦੇ ਪਾਰਟੀ ਦਾ ਹੈਗਾ, ਪਾਰਟੀ ਦਾ ਵੀ ਨਹੀਂ। ਅਸਲ ਵਿੱਚ ਉਹ ਅਡਾਨੀ ਅਬਾਨੀ ਦਾ ਆਪਣੇ ਆਪ ਨੂੰ ਕਰਿੰਦਾ ਸਮਝਦਾ। ਉਹਦੇ ਕਹਿਣ ਦੇ ਵੀ ਤੁਹਾਨੂੰ ਦੇਖੋ ਇੰਨਾ ਕਮਾਲ ਹੋਰ ਦੇ ਦਿਓ, ਤੁਹਾਨੂੰ ਇੰਨੀ ਸੱਤਾ ਹੋਰ ਇਕੱਠੀ ਕਰ ਦੇਣਾ, ਇੰਨਾ ਕਮਾਲ ਤਰੰਗਲੀ ਲੈ ਕੇ ਸਵੇਰੇ ਸੱਤਾ ਇਕੱਠੀ ਕਰਨ ਚੱਲ ਪੈਂਦਾ। ਇਹ ਸਰਕਾਰ ਉਹ ਈਸਟ ਇੰਡੀਆ ਕੰਪਨੀ ਵਰਗੇ ਵਪਾਰੀਆਂ ਦੀ ਬਣ ਗਈ, ਖਾਸ ਕਰ ਜਿਹੜੇ ਗੁਜਰਾਤੀ ਐਨ ਟ੍ਰੇਨਡ ਆ ਇਹਨਾਂ ਕੰਮਾਂ 'ਚ, ਉਹਨਾਂ ਦਾ ਕਰੈਕਟਰ ਹੀ ਇਹ ਹੈ, ਉਹਨਾਂ ਦੀ ਬਣ ਗਈ ਹੈ। ਇਹਨਾਂ ਤੋਂ ਬਚਣਾ ਕਿਵੇਂ? ਸਾਰੇ ਦੇਸ਼ ਨੂੰ ਇਕੱਠੇ ਹੋਣਾ ਪਊਗਾ, ਜਿਵੇਂ ਦੇਸ਼ ਦੀ ਆਜ਼ਾਦੀ ਵੇਲੇ ਇਕੱਠੇ ਹੋਏ ਸੀ। ਗੁਜਰਾਤ ਦਾ ਤੁਸੀਂ ਦੇਸ਼ ਦੀ ਆਜ਼ਾਦੀ 'ਚ ਕੋਈ ਦੱਸੋਗੇ ਵੀ ਕਿਹੜੇ ਕਿਹੜੇ ਨੇ ਸ਼ਹੀਦੀਆਂ ਪਾਈਆਂ, ਜਾਂ ਕਾਲੇ ਪਾਣੀ ਕੱਟੇ, ਜਾਂ ਜੇਲਾਂ ਗਏ, ਜਾਂ ਗੋਲੀਆਂ ਖਾਧੀਆਂ, ਜਾਂ ਕੋਈ ਵੱਡੇ ਮਜ਼ਾਰੇ ਕੀਤੇ, ਸਵਾਏ ਇੱਕ ਗਾਂਧੀ ਦਿੱਤਾ ਜਿਹੜਾ ਬਣੀ ਬਣਾਤੀ ਮੂਵਮੈਂਟ ਨੂੰ ਸਮੇਟ ਜਾਂਦਾ ਸੀ, ਹਵਾ ਕੱਢ ਕੇ ਗਾਂਹ ਜਾਂਦਾ ਸੀ। ਸ਼ਾਂਤੀ ਸ਼ਾਂਤੀ, ਚੌਰਾ ਚੌਰੀ ਦਾ ਸਾਡੇ ਕੋਲ ਐਗਜ਼ਾਮਪਲ ਹੈਗੀ ਹੈ। ਸਾਡੇ ਦੇਸ਼ ਦੇ ਅੰਦਰ ਹਾਲਾਤ ਇੰਜ ਬਣਦੇ ਜਾ ਰਹੇ ਹੈ ਕਿ ਜਿਵੇਂ ਬੀਜੇਪੀ ਦੀ ਸਰਕਾਰ, ਜਾਂ ਤੁਸੀਂ ਇੰਜ ਕਹਿ ਲਓ ਮੋਦੀ ਅਮਿਤ ਸ਼ਾਹ ਦੀ ਸਰਕਾਰ, ਉਹ ਬਿਲਕੁਲ ਉਸੇ ਤਰੀਕੇ ਨਾਲ ਹੋਵੇ ਜਿਵੇਂ ਅੰਗਰੇਜ਼ਾਂ ਦੀ ਸਰਕਾਰ ਸੀ। ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਜਿਹੜੀ ਮੈਂ ਹੁਣ ਕਹਿ ਰਿਹਾ, ਦਿੱਲੀ ਵਾਲਿਆਂ ਨੂੰ, ਕੇਂਦਰੀ ਸਰਕਾਰ ਨੂੰ ਕਿੰਨੀ ਵਾਰੀ ਗੁਹਾਰ ਲਾ ਚੁੱਕੇ ਆ। ਉਹ ਕਹਿੰਦੇ ਕਿ ਮੇਰੇ ਹੱਥ ਖੜੇ ਆ, ਰੱਬ ਦਾ ਵਾਸਤਾ ਤੁਸੀਂ ਜਿੰਨਾ ਛੇਤੀ ਕੋਈ ਹੱਲ ਕੱਢ ਸਕਦੇ ਆ ਕੱਢੋ, ਨਹੀਂ ਤੇ ਇਸ ਗੱਲ ਦਾ ਜੇ ਤੁਸੀਂ ਇਹ ਚਾਹੋਗੇ ਕਿ ਇਸ ਨੂੰ ਲਮਕਾ ਕੇ ਜਾਂ ਇੰਜ ਇਹਨੂੰ ਖਤਮ ਕਰ ਲਓਗੇ, ਇੰਜ ਖਤਮ ਨਹੀਂ ਹੋਣਾ। ਹੱਲ ਕੋਈ ਨਾ ਕੋਈ ਕੱਢਣਾ ਪੈਣਾ। ਜਿੰਨਾ ਛੇਤੀ ਹੱਲ ਕੱਢੋਗੇ ਉਨਾ ਹੀ ਇਸ ਸਰਕਾਰ ਦਾ, ਕੇਂਦਰੀ ਸਰਕਾਰ ਦਾ, ਤੇ ਈਵਨ ਇਸ ਸਰਕਾਰ ਦਾ ਵੀ ਇਸੇ ਗੱਲ 'ਚ ਹੀ ਭਲਾ ਤੇ ਫਾਇਦਾ। ਮੋਦੀ ਜੀ ਨੂੰ ਲੱਗਦਾ ਕਿ ਉਹ ਇਹਨਾਂ ਨੂੰ ਥਕਾ ਕੇ, ਝਰਕਾ ਕੇ, ਇਹਨਾਂ ਦੇ ਅੰਦਰ ਬੇਤਫਾਕੀ ਪੈਦਾ ਕਰਕੇ ਸ਼ਾਇਦ ਆਪਣਾ ਵਕਤ ਕੱਢ ਜਾਣਗੇ, ਕਿਸੇ ਨੂੰ ਖਰੀਦ ਲੈਣਗੇ, ਕਿਸੇ ਨੂੰ ਅੱਗੇ ਤੋਰ ਦੇਣਗੇ, ਕਿਸੇ ਨੂੰ ਥੱਲੇ ਸੁੱਟ ਦੇਣਗੇ, ਜੋ ਸਰਕਾਰਾਂ ਸਾਰੀਆਂ ਪਾਵਰ ਸੱਤਾ ਕਰਦੀ ਹੈ। ਮੈਨੂੰ ਲੱਗਦਾ ਉਹ ਗਲਤ ਪਾਸੇ ਹੈਗੇ, ਉਹ ਗਲਤ ਸੋਚ ਰਹੇ। ਮੈਨੂੰ ਲਾਰਜਰ ਪਿਕਚਰ ਵੀ ਬੜੀ ਸਾਫ਼ ਨਜ਼ਰ ਆ ਰਹੀ ਹੈ ਕਿ ਦੇਸ਼ ਦੀ ਇਕੱਲੀ ਕਿਸਾਨ ਮੂਵਮੈਂਟ ਸ਼ੁਰੂਆਤੀ ਦੌਰ 'ਚ ਹੈਗੀ, ਆਉਣ ਵਾਲੇ ਸਮੇਂ 'ਚ ਦੇਸ਼ ਦੀ ਦੂਜੀ ਆਜ਼ਾਦੀ ਦੀ ਜੰਗ ਬਣਨੀ ਹੈ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਕਿਸਾਨ ਅੰਦੋਲਨ ਨੂੰ 4 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ। ਸਰਕਾਰ ਅਤੇ ਕਿਸਾਨਾਂ ਵਿਚਕਾਰ ਖੜੋਤ ਆ ਚੁੱਕੀ ਹੈ, ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੋ ਰਹੀ। ਇਸ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ ਤੇ ਆਏ ਦਿਨ ਕੋਈ ਨਾ ਕੋਈ ਮੰਤਰੀ ਜਿਹੜਾ ਹੈ ਇਸ ਬਾਰੇ ਬਿਆਨ ਵੀ ਦੇ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਕੀ ਰੁਖ ਲਵੇਗਾ, ਇਸ ਬਾਬਤ ਅਸੀਂ ਜਾਣਾਂਗੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਕੋਲੋਂ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਰ, ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਧੰਨਵਾਦ ਜੀ। ਜੀ ਸਰ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਿਛਲੇ ਦਿਨੀ ਜਿਹੜਾ ਹੈ ਭਾਜਪਾ ਦੇ ਵਿਧਾਇਕ ਦੀ ਕੁੱਟਮਾਰ ਕੀਤੀ ਗਈ, ਇਹ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਹ ਤੇ ਸਾਰਿਆਂ ਨੇ ਕੰਡੈਮ ਕੀਤਾ। ਸ਼੍ਰੋਮਣੀ ਸਾਡੀ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਗੱਲ ਦੀ ਕੰਡੈਮਨੇਸ਼ਨ ਕੀਤੀ ਆ, ਪਾਰਟੀਆਂ ਨੇ ਵੀ ਕੀਤੀ ਆ, ਮੈਂ ਵੀ ਕਰਦਾ, ਕਿਉਂਕਿ ਸਾਡੀ ਜਿਹੜੀ ਮੁੱਖ ਫਲਸਫਾ ਹੈਗਾ ਇਸ ਮੂਵਮੈਂਟ ਦਾ, ਉਹਦੇ ਵਿੱਚ ਬੜਾ ਸਾਫ਼ ਹੈਗਾ ਕਿ ਅਸੀਂ ਸ਼ਾਂਤਮਈ ਰਹਿਣਾ। ਪੁਰਅਮਨ ਜੋ ਵੀ ਪ੍ਰੋਟੈਸਟ ਕਰਨੇ ਆ ਉਹ ਸਾਡੀ ਸ਼ਕਤੀ ਆ। ਅਜੇ ਤੱਕ ਪੁਰਅਮਨ ਹੀ ਸਾਰਾ ਕੁਝ ਕੀਤਾ ਤਾਂ ਮੈਂ ਇੱਥੇ ਇੰਨੇ 'ਚ ਰੇਲ ਟਰੈਕ ਤੁਸੀਂ 2 ਘੰਟੇ ਨਹੀਂ ਰੋਕ ਸਕਦੇ, 2 ਮਹੀਨੇ ਤੋਂ ਉੱਪਰ ਟਾਈਮ ਆਪਾਂ ਰੋਕ ਕੇ ਰੱਖਿਆ ਅਤੇ ਉਹ ਕਿਤੇ ਕੋਈ ਕਿਸੇ ਕਿਸਮ ਦੀ ਵਾਇਲੈਂਸ ਨਹੀਂ ਹੋਈ। ਇਹ ਸਾਡੇ ਪ੍ਰੂਫ ਹੈਗੇ ਆ। 4 ਮਹੀਨਿਆਂ ਤੋਂ 4.25 ਮਹੀਨੇ ਸਿੰਘੂ ਟਿਕਰੀ ਬਾਰਡਰ 'ਤੇ ਬੈਠੇ ਹਾਂ ਅਸੀਂ, ਦੂਜਿਆਂ ਦੀ ਵਾਇਲੈਂਸ ਤੋਂ ਤੇ ਆਪਣੇ ਆਪ ਨੂੰ ਬਚਾਉਂਦੇ ਹਾਂ, ਪਰ ਨਾਲ ਹੀ ਆਪ ਇਸ ਗੱਲ ਤੋਂ ਬਿਲਕੁਲ ਕੋਈ ਅਵਾਇਡ ਕਰਦੇ। ਜੇ ਕੋਈ ਇਹੋ ਜਿਹੀ ਗੱਲ ਕਰਦਾ ਉਹਨੂੰ ਟੋਕਾ ਟਾਕੀ ਵੀ ਹੁੰਦੀ ਵੀ ਆਪਾਂ ਇਹ ਕੰਮ ਨਹੀਂ ਕਰਨਾ। ਜਿਹੜੀ ਗੱਲ ਇਹ ਹੋਈ ਹੈ ਇਸ ਕਰਕੇ ਇਹ ਤਾਂ ਹੈ ਬੜੀ ਮਾੜੀ, ਪਰ ਇਸ ਨੂੰ 2 ਲੈਵਲ 'ਤੇ ਸਮਝਣ ਦੀ ਲੋੜ ਆ। ਜਿਹੜੀ ਬੀਜੇਪੀ ਹੈ, ਜਦੋਂ ਵੀ ਕੋਈ ਇਹੋ ਜਿਹੀ ਗੱਲ ਹੋਈ, ਅਸ਼ਵਨੀ ਕੁਮਾਰ ਅਤੇ ਮਕੇਰੀਆਂ 'ਤੇ ਹਮਲਾ ਹੋਇਆ ਸੀ ਗੱਡੀ 'ਤੇ, ਉਦੋਂ ਬਾਅਦ 'ਚ ਇੱਕ ਅੱਧੀ ਜਗ੍ਹਾ ਸੋਮ ਪ੍ਰਕਾਸ਼ ਦੀ ਵੀ ਘਿਰਾਓ ਕਰੂ ਹੋਇਆ ਕੁਛ, ਅਤੇ ਇੱਥੇ ਵੀ ਜਿਹੜਾ ਹੋਇਆ, ਇਸ ਨੂੰ ਬੀਜੇਪੀ ਇੱਕਦਮ ਸਟੈਂਡ ਇਹ ਲੈਂਦੀ ਹੈ ਕਿ ਦੇਖੋ ਜੀ ਇਹ ਤਾਂ ਕਿਸਾਨ ਨਹੀਂ ਹੈਗੇ, ਇਹ ਤਾਂ ਕਿਸਾਨ ਦੇ ਰੂਪ 'ਚ ਕਾਂਗਰਸ ਸਾਡੇ 'ਤੇ ਹਮਲੇ ਕਰ ਰਹੀ ਹੈ। ਉਹ ਇਹਨੂੰ ਰਾਜਨੀਤਿਕ ਰੰਗਤ ਇੱਕਦਮ ਰਾਜਨੀਤੀ ਦੇ ਹਿਸਾਬ ਦੇ ਨਾਲ ਸ਼ੁਰੂ ਕਰ ਲੈਂਦੇ ਆ। ਅਤੇ ਦਮਨ, ਮੈਨੂੰ ਲੱਗਦਾ ਕਿ ਇਹ ਵੀ ਇੱਕ ਪੋਸਚਰਿੰਗ ਹੈਗੀ ਆ। ਬੀਜੇਪੀ ਉਹਦਾ ਰਾਜਨੀਤਿਕ ਲਾਹਾ ਲੈਣ ਲਈ ਕਰਦੀ ਹੈ। ਉਹਨਾਂ ਨੂੰ ਕੀ ਲੋੜ ਹੈ ਕਹਿਣ ਦੀ ਬਿਨਾਂ ਇਨਕੁਆਇਰੀ ਤੋਂ? ਸਾਰੀ ਚੀਜ਼ਾਂ ਦੀਆਂ ਤੁਹਾਡੇ ਕੋਲ
ਟੋਲ ਪਲਾਜ਼ਾ ਤੇ ਵੀ ਜਿੱਥੇ ਮਕੇਰੀਆਂ 'ਚ ਹੋਇਆ ਸੀ ਉਹ ਤੁਹਾਡੇ ਕੋਲ ਵੀਡੀਓ ਕਲਿੱਪਿੰਗ ਹੈਗੀ ਆ। ਇੱਥੇ ਤੇ ਬਿਲਕੁਲ ਕਲੀਅਰਲੀ ਆ, ਲੋਕਾਂ 'ਚ ਸਰਕੂਲੇਟ ਵੀ ਹੋ ਗਿਆ ਕਿ ਕਿਹੜੇ ਪੁਲਿਸ ਵਾਲੇ ਸੀਗੇ, ਕਿਹੜੇ ਦੂਸਰੇ ਤੀਸਰੇ, ਸਾਰਿਆਂ ਦਾ ਉੱਥੇ ਕਲੀਅਰ ਹੈਗਾ ਮੈਸੇਜ। ਤਾਂ ਇਸ ਲਈ ਉਹ ਸਾਰਾ ਜਿਹੜਾ ਪਤਾ ਲੱਗ ਜਾਣਾ ਚਾਹੀਦਾ ਆ ਕਿ ਬੰਦਿਆਂ ਦੀ ਇਨਕੁਆਇਰੀ ਹੋ ਕੇ ਕਿ ਉਹ ਹੈ ਕੌਣ, ਉਹ ਵਾਕਿਆ ਹੀ ਕੀ ਉਹਨਾਂ ਦੀ ਕਿਸੇ ਕਿਸਮ ਨਾਲ ਕੋਈ ਕਾਂਗਰਸ ਨਾਲ ਲਿੰਕੇਜ ਹੈ ਜਾਂ ਵਾਕਿਆ ਹੀ ਕਿਸਾਨ ਹੈ, ਕੋਈ ਰਾਜਨੀਤੀ ਨਾਲ ਸੰਬੰਧਿਤ ਹੈ ਜਾਂ ਨਹੀਂ ਹੈ। ਇਹ ਤਾਂ ਗੱਲ ਉੱਥੋਂ ਸਾਰੀ ਇਕੱਲੇ ਇਕੱਲੇ ਦਾ ਫੱਟ ਦੇਣੀ। ਇਹ ਆਪ ਹੀ ਆਇਡੈਂਟੀਫਾਈ ਕਰ ਸਕਦੇ ਉਸ ਏਰੀਏ ਦੇ ਬੰਦਿਆਂ ਨੂੰ, ਕੌਣ ਨਹੀਂ ਜਾਣਦਾ, ਚਿਹਰੇ ਸਾਫ਼ ਹੈਗੇ। ਪਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਹਰ ਕੋਈ ਲਾਹਾ ਲੈਣ ਦੀ ਕੋਸ਼ਿਸ਼ ਕਰਦਾ। ਦੂਜੇ ਪਾਸੇ ਦੂਜਾ ਮੇਰਾ ਇਹ ਸੋਚਣਾ ਕਿ ਇਸ ਨੂੰ ਜੇ ਉਹ ਰਾਜਨੀਤਿਕ ਨਹੀਂ ਹੈ, ਜੇ ਉਹ ਕਿਸੇ ਵੀ ABC ਕਿਸਾਨਾਂ ਵੱਲੋਂ ਹੈ, ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਬੜਾ ਸਾਫ਼ ਕਿ ਇਹਦਾ ਮਤਲਬ ਕਿ ਧਰਾਤਲ 'ਤੇ ਗਰਾਊਂਡ ਲੈਵਲ 'ਤੇ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਗੜਬੜਾ ਕਿਸੇ ਵੇਲੇ ਵੀ ਸਕਦੀਆਂ। ਲੋਕਾਂ ਦਾ ਜਿਹੜਾ ਸਬਰ ਦਾ ਪਿਆਲਾ ਭਰ ਚੁੱਕਾ, ਲੋਕ ਪਰੇਸ਼ਾਨ ਆ, ਸਰਕਾਰ ਕੁਛ ਸੁਣਨ ਲਈ ਤਿਆਰ ਨਹੀਂ। ਹੋ ਸਕਦਾ ਸਰਕਾਰ ਦੀ ਵੀ ਇਹ ਸਟ੍ਰੈਟਜੀ ਹੋਵੇ ਕਿ ਇਹਨਾਂ ਦੇ ਲਮਕਾ ਕੇ, ਇਹਨਾਂ ਨੂੰ ਥੋੜ੍ਹਾ ਜਿਹਾ ਸਤਾ ਕੇ, ਥੋੜ੍ਹਾ ਜਿਹਾ ਇਹਨਾਂ ਦੇ ਵਿੱਚ ਨਿਰਾਸ਼ਾ ਪੈਦਾ ਕਰਕੇ ਤੇ ਕੋਈ ਭੜਕਾਹਟ ਵਾਲੀ ਚੀਜ਼ ਕੀਤੀ ਜਾਏ ਤਾਂ ਕਿ ਸਰਕਾਰ ਵੱਲੋਂ ਕੁੱਟਣਾ ਸੌਖਾ ਹੋ ਜਾਏ, ਇਹਨਾਂ ਨੂੰ ਖਦੇੜਨਾ ਸੌਖਾ ਹੋ ਜਾਏ ਕਿ ਦੇਖੋ ਜੀ ਇਹ ਤਾਂ ਵਾਇਲੈਂਸ ਕਰਦੇ ਆ। ਇਸੇ ਕਰਕੇ ਜਦੋਂ ਇਹ ਹੋਇਆ ਤੇ ਕਿਸਾਨ ਯੂਨੀਅਨਾਂ ਨੇ ਤੇ ਸਾਰੇ ਸੀਨੀਅਰ ਮਾਈਂਡਸ ਨੇ ਤੁਰੰਤ ਇਹ ਗੱਲ ਦਾ ਕੰਡੈਮਨੇਸ਼ਨ ਕੀਤੀ ਕਿ ਇਹ ਮਾੜੀ ਗੱਲ ਹੈ, ਇਹ ਸਾਡਾ ਰਸਤਾ ਨਹੀਂ ਹੈ। ਪਰ ਜੇ ਹੋਇਆ ਤਾਂ ਹੈ ਨਾ, ਇਹ ਤਾਂ ਫੈਕਟ ਹੀ ਹੈ। ਇਹ ਪਹਿਲੀ ਵਾਰੀ ਨਹੀਂ ਹੋਇਆ, ਕਈ ਵਾਰੀ ਹੋਇਆ। ਇਹਦੇ ਨਾਲੋਂ ਥੋੜ੍ਹਾ ਜਿਹਾ ਘੱਟ ਖੱਟਰ ਦੀ ਕਾਂਸਟੀਚੁਐਂਸੀ 'ਚ ਹੋਇਆ, ਜਦੋਂ ਉਹਦੀ ਸਟੇਜ ਦੀਆਂ ਬੈਨਰ ਵੂਨਰ ਸਾਰੇ ਫਾੜ ਤੇ, ਕੁਰਸੀਆਂ ਵੀ ਕੁਝ ਟੁੱਟੀਆਂ, ਉਹ ਵੀ ਤਾਂ ਵਾਇਲੈਂਸ ਹੀ ਸੀਗੀ। ਇਹਦਾ ਮਤਲਬ ਤੁਸੀਂ ਇਸ ਨੂੰ ਇਕੱਲਾ ਰਾਜਨੀਤਿਕ ਰੋਟੀਆਂ ਸੇਕਣ ਦੀ ਜਗ੍ਹਾ ਦਮਨ ਨੂੰ ਲੈਣਾ ਚਾਹੀਦਾ ਕਿ ਲੋਕਾਂ ਦੇ ਵਿੱਚ ਇੱਕ ਬੜੀ ਰੋਸ਼ ਤੇ ਆਕਰੋਸ਼ ਇਹ ਮਿਲ ਕੇ ਇੱਕ ਕੋਈ ਨਵਾਂ ਹੀ ਲਾਵਾ ਜਿਹਾ ਥੱਲਿਓਂ ਧਰਾਤਲ ਤੋਂ ਸਮਾਜਿਕ ਤੇ ਰਾਜਨੀਤਿਕ ਲਾਵਾ ਬਣ ਰਿਹਾ। ਉਹ ਜਿਵੇਂ ਜਿਵੇਂ ਫੈਲੂਗਾ, ਜਿਵੇਂ ਜਿਵੇਂ ਫਟੂਗਾ, ਫਿਰ ਉਹ ਕਿਹੋ ਜਿਹੀ ਤਬਾਹੀ ਕਰੂਗਾ। ਬਣਦਾ ਤੇ ਲਾਵੇ ਦਾ ਤੇ ਬਣਨਾ ਤੇ ਕੁਛ ਨਹੀਂ ਹੁੰਦਾ, ਤਬਾਹੀ ਹੀ ਹੁੰਦੀ ਹੈ। ਉਸ ਦੀ ਸਾਨੂੰ ਸਾਰਿਆਂ ਨੂੰ ਚਿੰਤਾ ਹੋਣੀ ਚਾਹੀਦੀ। ਦਮਨ, ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਜਿਹੜੀ ਮੈਂ ਹੁਣ ਕਹਿ ਰਿਹਾ, ਦਿੱਲੀ ਵਾਲਿਆਂ ਨੂੰ, ਕੇਂਦਰੀ ਸਰਕਾਰ ਨੂੰ ਕਿੰਨੀ ਵਾਰੀ ਗੁਹਾਰ ਲਾ ਚੁੱਕੇ ਆ। ਉਹ ਕਹਿੰਦੇ ਕਿ ਮੇਰੇ ਹੱਥ ਖੜੇ ਆ, ਰੱਬ ਦਾ ਵਾਸਤਾ ਤੁਸੀਂ ਜਿੰਨਾ ਛੇਤੀ ਕੋਈ ਹੱਲ ਕੱਢ ਸਕਦੇ ਆ ਕੱਢੋ, ਨਹੀਂ ਤੇ ਇਸ ਗੱਲ ਦਾ ਜੇ ਤੁਸੀਂ ਇਹ ਚਾਹੋਗੇ ਕਿ ਇਸ ਨੂੰ ਲਮਕਾ ਕੇ ਜਾਂ ਇੰਝ ਇਹਨੂੰ ਖਤਮ ਕਰ ਲਓਗੇ, ਇੰਝ ਖਤਮ ਨਹੀਂ ਹੋਣਾ। ਹੱਲ ਕੋਈ ਨਾ ਕੋਈ ਕੱਢਣਾ ਪੈਣਾ। ਜਿੰਨਾ ਛੇਤੀ ਹੱਲ ਕੱਢੋਗੇ ਉਨਾ ਹੀ ਇਸ ਸਰਕਾਰ ਦਾ, ਕੇਂਦਰੀ ਸਰਕਾਰ ਦਾ ਤੇ ਈਵਨ ਇਸ ਸਰਕਾਰ ਦਾ ਵੀ ਇਸੇ ਗੱਲ 'ਚ ਹੀ ਭਲਾ ਤੇ ਫਾਇਦਾ। ਕਿ ਬਾਰਡਰ ਸਟੇਟ ਹੋਣ ਕਰਕੇ ਕੈਪਟਨ ਇਸ ਕਰਕੇ ਡਰਦਾ ਹੈ, ਉਹ ਕਿਉਂਕਿ ਫੌਜੀ ਵੀ ਨਾ, ਤੁਹਾਨੂੰ ਪਤਾ ਮਹਾਰਾਜਾ ਤੇ ਚੀਫ CM ਦੇ ਨਾਲ ਨਾਲ ਫੌਜੀ ਵੀ, ਤੇ ਉਹ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਅੰਦਾਜ਼ਾ ਕਿ ਸਾਡੇ ਜਿਹੜੇ ਬੱਚੇ ਆ ਉਹ ਫੌਜ ਵਿੱਚ ਵੀ ਕਾਫੀ ਆ, ਹਰਿਆਣੇ ਦੇ ਤੇ ਇੱਥੇ ਦੇ, ਤੇ ਹਰਿਆਣਾ, ਪੱਛਮੀ UP ਤੇ ਪੰਜਾਬ ਸਭ ਤੋਂ ਇਸ ਵੇਲੇ ਅਬਾਲਾ ਆਇਆ ਹੋਇਆ, ਕਿਉਂਕਿ ਸਭ ਤੋਂ ਵੱਧ ਹਰੇ ਇਨਕਲਾਬ ਦਾ ਅਸਰ ਇੱਥੇ ਹੀ ਆ। ਸਭ ਤੋਂ ਵੱਧ ਜੇ ਕਾਨੂੰਨ ਇਹ ਲਾਗੂ ਹੁੰਦੇ ਆ ਤੇ ਬੁਰਾ ਅਸਰ ਜਾਂ ਲੋਕਾਂ ਨੂੰ ਖਦੇੜਨ ਵਾਲਾ ਅਸਰ ਵੀ ਇਸੇ ਏਰੀਏ 'ਚ ਪੈਣਾ। ਤਾਂ ਇਸ ਲਈ ਇਹ ਜ਼ਰੂਰੀ ਹੈਗਾ ਕਿ ਆਪਾਂ ਇਸ ਗੱਲ ਦਾ ਜਿਹੜਾ ਕੈਪਟਨ ਸਾਹਿਬ ਦਾ ਆ ਕਹਿਣਾ ਜਾਂ ਉਹਦੀ ਚਿੰਤਾ ਹੋਣੀ, ਉਹ ਉਸ ਨੂੰ ਸੋਚਣਾ ਚਾਹੀਦਾ। ਨਹੀਂ ਤੇ ਇਹਦਾ ਅਸਰ ਜੋ ਫੌਜ ਵਿੱਚ ਗਿਆ, ਹਰਿਆਣਾ, ਪੰਜਾਬ, ਜਾਟ ਬੈਲਟ ਵਿੱਚੋਂ, ਉਹ ਵੀ ਰਿਪੋਰਟਾਂ ਸਰਕਾਰ ਕੋਲ ਆਉਂਦੀਆਂ। ਮੈਂ ਤੁਹਾਨੂੰ ਨਿੱਕੀ ਗੱਲ ਕਹਿ ਕੇ ਗੱਲ ਖਤਮ ਕਰਦਾ। ਅਸੀਂ 28 ਤਰੀਕ ਨੂੰ ਸੰਡੇ ਵਾਲੇ ਦਿਨ ਇੱਥੇ ਲੁਧਿਆਣੇ ਦੇ ਵਿੱਚ ਇੱਕ ਦਲਿਤ ਭਾਈਚਾਰੇ ਨਾਲ, OBC ਨਾਲ, ਹੋਰ ਨੀਲੇ ਝੰਡਿਆਂ ਵਾਲਿਆਂ ਨਾਲ ਕਹਿ ਲਓ ਤੁਸੀਂ, ਇੱਕ ਵੱਡੀ ਕੀਤੀ ਕਿਰਤੀ ਕਿਸਾਨ ਮਹਾਸਭਾ। ਉਹਦੇ 'ਚ ਸਾਡਾ ਨਾਅਰਾ ਸੀਗਾ ਕਿਰਤੀ ਬਚਾਓ, ਕਿਸਾਨ ਬਚਾਓ, ਸੰਵਿਧਾਨ ਬਚਾਓ, ਕਿਉਂਕਿ ਇਹ ਇੱਕ ਖਦਸ਼ਾ ਆ ਕਿ ਆਉਣ ਵਾਲੇ ਸਮੇਂ 'ਚ ਹਿੰਦੂ ਰਾਸ਼ਟਰ ਦੀਆਂ ਤਿਆਰੀਆਂ ਹੋ ਰਹੀਆਂ। ਉੱਥੇ ਬੁਲਾਰਿਆਂ ਨੇ ਇਹ ਗੱਲ ਕਹੀ ਵੀ, ਖਾਸ ਕਰ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਨੇ, ਉਹ ਦਿੱਲੀੋਂ ਆਏ ਸੀਗੇ, ਸੁਪਰੀਮ ਕੋਰਟ ਦੇ ਐਡਵੋਕੇਟ ਆ, ਅਤੇ ਉਹਨਾਂ ਨੇ ਤਾਂ ਠੋਕ ਵਜਾ ਕੇ ਕਿਹਾ ਕਿ ਇਹ ਇਸ ਪਾਸੇ ਨੂੰ ਸੰਵਿਧਾਨ ਨੂੰ ਕਰਨਾ ਚਾਹੁੰਦੇ ਆ ਅਤੇ ਇਹ ਇਸ ਕਿਸਮ ਦਾ ਰਾਜ, ਇੱਕ ਨਵੀਂ ਕਿਸਮ ਦਾ ਕਾਨਸਟੀਟਿਊਸ਼ਨ ਪਰਾਂ ਸੁੱਟ ਕੇ ਲਾਗੂ ਕਰਨਾ ਚਾਹੁੰਦੇ, ਜਿਹਨੂੰ ਹਿੰਦੂ ਰਾਸ਼ਟਰ ਕਹਿਣਗੇ। ਇਹ ਗੱਲਾਂ ਥੱਲੇ ਚਰਚਾ ਦੇ ਵਿੱਚ ਜਾ ਰਹੀਆਂ। ਪੁਲਿਸ ਵਾਲੇ ਕੁਛ ਆਏ ਮੇਰੇ ਕੋਲ, ਕਹਿੰਦੇ ਪ੍ਰੈਸ ਸਾਹਿਬ ਪਛਾਣ ਲੈਂਦੇ ਆ ਬਹੁਤ ਸਾਰੇ ਮੀਡੀਆ ਕਰਕੇ, ਤੁਹਾਡੀ ਮਿਹਰਬਾਨੀ ਨਾਲ।
ਤੇ ਉਹ ਕਹਿੰਦੇ ਕਿ ਇਹ ਡਟੇ ਰਹੋ, ਲੱਗੇ ਰਹੋ, ਇਹ ਆ ਉਹ ਆ। ਚਲੋ ਗੱਲਾਂ ਚਾਹ ਤੇ ਵੈਸੇ ਹੀ ਚੱਲ ਰਹੀਆਂ ਸੀ। ਫਿਰ ਮੈਂ ਕਿਹਾ ਉਹ ਉੱਥੇ ਮਲੋਟ ਕੀ ਹੋਇਆ? ਕਹਿੰਦੇ ਜੋ ਹੋਇਆ ਠੀਕ ਹੀ ਹੋਇਆ, ਇਹਦਾ ਇੰਝ ਹੀ ਹੋਣਾ ਚਾਹੀਦਾ। ਜਾਣੀ ਜੇ ਪੁਲਿਸ ਕਿਸਾਨਾਂ ਦੇ ਨਾਲ ਰਲ ਜੂਗੀ ਤੇ ਫਿਰ ਕਿਹਦੇ ਨਾਲ ਕਿਸ ਤਰ੍ਹਾਂ? ਇਸੇ ਗੱਲ ਤੋਂ ਡਰਦਾ ਮੈਨੂੰ ਲੱਗਦਾ ਕੈਪਟਨ, ਕਿ ਇਹ ਮੈਂ ਤੇ ਜੇ ਉਹ ਕੈਪਟਨ ਨੇ ਕੋਲੇ ਆਪ ਥੋੜੀ ਗੋਲੀ ਲੈ ਕੇ ਅੱਗੇ ਚੱਲਣਾ, ਬੰਦੂਕ ਲੈ ਕੇ। ਸਹੀ ਗੱਲ ਹੈਗੀ ਕਿ ਸੁਰੱਖਿਆ ਜਿਹੜੀ ਹੈਗੀ ਆ ਉਹ ਸੁਰੱਖਿਆ ਕਰਮੀਆਂ ਦੇ ਹੱਥ ਵਿੱਚ ਹੁੰਦੀ ਹੈ। ਜੇਕਰ ਉਹੀ ਕਿਸਾਨਾਂ ਦੇ ਨਾਲ ਆ ਕੇ ਮਿਲ ਜਾਣਗੇ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਫਿਰ ਸ਼ਾਂਤੀ ਕੌਣ ਕਰੂ? ਆਰਡਰ ਕੌਣ ਲਊ? ਕਿਹੜੇ ਗੱਲ ਕਹੂ? ਇਹੋ ਜਿਹੇ ਹਾਲਾਤ ਤੁਹਾਨੂੰ ਪਤਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣੇ ਸੀ। ਬਹੁਤ ਸਾਰੇ ਲੋਕ ਮਿਊਟਨੀ ਜਦੋਂ ਹੋਣ ਲੱਗੀ ਸੀ, ਜੋ ਰੁਕ ਗਈ ਹੈ ਸਰਾਬੇ ਉਹਨਾਂ ਨੂੰ ਉਸੇ ਜੀ ਜਿਹੜੇ ਗਦਰਾਈਟ ਸੀਗੇ ਸਾਰੇ, ਉਦੋਂ ਪਹਿਲਾਂ 1857 ਦਾ ਵੀ। ਇਸ ਕਰਕੇ ਸਾਡੇ ਦੇਸ਼ ਦੇ ਅੰਦਰ ਹਾਲਾਤ ਇੰਝ ਬਣਦੇ ਜਾ ਰਹੇ ਆ ਕਿ ਜਿਵੇਂ BJP ਦੀ ਸਰਕਾਰ, ਜਾਂ ਤੁਸੀਂ ਇੰਝ ਕਹਿ ਲਓ ਮੋਦੀ ਅਮਿਤ ਸ਼ਾਹ ਦੀ ਸਰਕਾਰ, ਉਹ ਬਿਲਕੁਲ ਉਸੇ ਤਰੀਕੇ ਨਾਲ ਹੋਵੇ ਜਿਵੇਂ ਅੰਗਰੇਜ਼ਾਂ ਦੀ ਸਰਕਾਰ ਸੀ। ਔਰ ਮੈਂ ਇਸ ਗੱਲ ਦੀ ਤੁਹਾਨੂੰ ਥੋੜ੍ਹੇ ਫੈਕਟਸ ਵੀ ਦੇ ਕੇ ਇਸ ਗੱਲ ਨੂੰ ਮੈਂ ਕਹਿ ਸਕਦਾ ਕਿ ਮੈਂ ਕਿਉਂ ਕਹਿ ਰਿਹਾ। ਅੰਗਰੇਜ਼ ਇੱਥੇ ਟਰੇਡਰ ਦੇ ਤੌਰ 'ਤੇ ਈਸਟ ਇੰਡੀਆ ਕੰਪਨੀ ਦੇ ਤੌਰ 'ਤੇ ਆਏ ਸੀ। ਉਹ ਇੱਥੇ ਹੀ ਨਹੀਂ, ਬਹੁਤ ਦੁਨੀਆ ਦੇ ਵਿੱਚ ਕੰਪਨੀਆਂ ਨੂੰ ਲੈ ਕੇ ਅੱਗੇ ਅੱਗੇ ਗਏ ਅਤੇ ਉਹਨਾਂ ਨੇ ਕੰਮ ਦੋ ਹੀ ਕੀਤੇ। ਇੱਕ ਤੇ ਜਾ ਕੇ ਰਾਜਨੀਤਿਕ ਸੱਤਾ 'ਤੇ ਕਬਜ਼ੇ ਕੀਤੇ ਅਤੇ ਦੂਜੀ ਕ੍ਰਿਸਚੀਅਨਟੀ ਫੈਲਾਈ, ਹੈ ਨਾ। ਉਹ ਦੋਵੇਂ ਉਹਨਾਂ ਦੇ ਮਿਸ਼ਨ ਸੀਗੇ, ਮਿਸ਼ਨ ਸੀ, ਉਹ ਦੋਵੇਂ ਕਰਦੇ ਰਹੇ। ਹੁਣ ਇਹਨਾਂ ਦਾ ਮਿਸ਼ਨ ਕੀ ਹੈ? ਬਿਲਕੁਲ ਜਿਸ ਤਰ੍ਹਾਂ ਉਹ ਐਜ਼ ਅ ਟਰੇਡਰ ਆਏ ਗੁਜਰਾਤ ਦਾ, ਤੁਸੀਂ ਦੇਸ਼ ਦੀ ਆਜ਼ਾਦੀ 'ਚ ਕੋਈ ਦੱਸੋਗੇ ਵੀ ਕਿਹੜੇ ਕਿਹੜੇ ਨੇ ਸ਼ਹੀਦੀਆਂ ਪਾਈਆਂ, ਜਾਂ ਕਾਲੇ ਪਾਣੀ ਕੱਟੇ, ਜਾਂ ਜੇਲ੍ਹਾਂ ਗਏ, ਜਾਂ ਗੋਲੀਆਂ ਖਾਧੀਆਂ, ਜਾਂ ਕੋਈ ਵੱਡੇ ਮੁਜ਼ਾਹਰੇ ਕੀਤੇ, ਸਿਵਾਏ ਇੱਕ ਗਾਂਧੀ ਦਿੱਤਾ ਜਿਹੜਾ ਬਣੀ ਬਣਾਤੀ ਮੂਵਮੈਂਟ ਨੂੰ ਸਮੇਟ ਜਾਂਦਾ ਸੀ, ਹਵਾ ਕੱਢ ਕੇ ਗਾਂਹ ਜਾਂਦਾ ਸੀ। ਸ਼ਾਂਤੀ ਸ਼ਾਂਤੀ, ਚੌਰਾ ਚੌਰੀ ਦਾ ਸਾਡੇ ਕੋਲ ਐਗਜ਼ਾਮਪਲ ਹੈਗੀ ਹੈ, ਠੀਕ ਹੈ ਨਾ। ਵਿਦਡਰਾਅ ਕਰ ਲਿਆ ਜਦੋਂ ਤਿੱਖੀ ਹੋਣ ਲੱਗੀ ਮੂਵਮੈਂਟ। ਮੈਂ ਕਿਸੇ ਨੂੰ ਭੰਡ ਨਹੀਂ ਰਿਹਾ, ਗਾਂਧੀ ਸਾਰਿਆਂ ਦਾ ਸਾਂਝਾ, ਸਾਡੇ ਹਰ 10 ਰੁਪਈਏ 20 ਰੁਪਈਏ ਤੇ ਗਾਂਧੀ ਜੀ ਹੁੰਦੇ ਆ, ਆਪਾਂ ਫਿਰ ਮਤਲਬ ਮੁਸ਼ਕਲ ਆ ਸਾਨੂੰ, ਮੈਂ ਕੋਈ ਭੰਡ ਨਹੀਂ ਰਿਹਾ ਉਸ ਕਰਕੇ। ਪਰ ਉਦੋਂ ਇਲਾਵਾ ਜਿਹੜੇ ਵੀ ਦਿੱਤੇ ਆ, ਲੀਡਰ ਵੀ ਦਿੱਤੇ ਹੋਣੇ, ਸਰਦਾਰ ਪਟੇਲ ਜੀ, ਉਹ ਜਿਨ੍ਹਾਂ ਦਾ ਹੁਣ ਐਡਾ ਵੱਡਾ ਸਟੈਚੂ ਲੱਗਾ, ਆਪਾਂ ਉਹਦਾ ਕਿਸ ਕਿਸਮ ਦੀ ਕੰਟਰੀਬਿਊਸ਼ਨ ਸੀ। ਸੰਵਿਧਾਨ ਦੇ ਵਿੱਚ ਕਿਵੇਂ ਅੜਿੱਕੇ ਥੋੜ੍ਹੇ ਜਿਹੇ ਜੋ ਵੀ ਹੈ ਕਿ ਦਲਿਤਾਂ ਲਈ ਨਾ ਕੁਛ ਹੋਵੇ, ਉਹ ਤਾਂ ਅੰਬੇਦਕਰ ਨੇ ਜੋ ਫੇਸ ਕੀਤਾ। ਕਹਿਣ ਦਾ ਮੇਰਾ ਭਾਵ ਆ ਕਿ ਭਾਵੇਂ ਵੀਰ ਸਵਾਰਕਰ ਜਿਹੜਾ RSS ਦਾ ਫਾਊਂਡਰ ਸੀ ਇੰਡੀਆ ਦੇ ਵਿੱਚ, ਜੇਲ੍ਹਾਂ 'ਚੋਂ ਮਾਫੀਆਂ ਕੱਟ ਕੇ ਆਏ ਸੀਗੇ, ਅੰਗਰੇਜ਼ਾਂ ਦੇ ਨਾਲ ਚੱਲੇ। ਅੰਗਰੇਜ਼ਾਂ ਦੇ ਨਾਲ ਇਹਨਾਂ ਨੂੰ ਸਾਨੂੰ ਸਮਝ ਨਹੀਂ ਪੈਂਦੀ ਸੀ ਵੀ ਸਾਰਾ ਦੇਸ਼ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਕੁਰਬਾਨੀਆਂ ਲਈ ਉਤਰਿਆ ਸੀ ਤੇ ਇਹ ਨਾਲ ਕਿਉਂ, RSS ਨਾਲ ਕਿਉਂ ਚੱਲਦੀ ਸੀ। ਸਾਨੂੰ ਹੁਣ ਸਮਝ ਪਈ ਵੀ ਇਹ ਟਰੇਡਰ ਲੌਬੀ ਹੈਗੀ। ਇੱਕ ਟਰੇਡਰ ਦਾ ਦੂਜੇ ਟਰੇਡਰ ਦੇ ਨਾਲ ਮਤ ਬਿਲਕੁਲ ਮਿਲਦਾ। ਲੋਕਾਂ 'ਚ ਪਾੜੋ ਅਤੇ ਰਾਜ ਕਰੋ ਦਾ ਉਹ ਕੰਪਨੀ ਕਰਦੀ ਰਹੀ, ਇੱਥੇ ਲੜਾਉਂਦੀ ਰਹੀ, ਸਰਵੇ ਕੀਤੇ, ਧਰਮਾਂ ਦਾ ਪਤਾ ਲਿਆ, ਜਾਤਾਂ ਦਾ ਪਤਾ ਲਿਆ, ਮਜ਼ਹਬਾਂ ਦਾ ਪਤਾ ਲਾਇਆ। ਉਹ ਕਰਕੇ ਸਾਰੇ ਸਰਵੇ ਕਰਵੂ ਕੇ, ਕੁਝ ਐਂਥਰੋਪੋਲੋਜੀਕਲ, ਕੁਝ ਸਾਇੰਸਿਸ ਕਰਵਾ ਕੇ ਲੜਾਉਂਦੇ ਰਹੇ। ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਇਹ ਸਾਡੇ ਜਿਹੜੇ ਵੀਰ ਵੀ ਸਾਡੇ ਦੇਸੀ ਅੰਗਰੇਜ਼ ਹੈਗੇ ਉਹ ਚੱਲ ਰਹੇ ਆ। ਉੱਥੇ ਈਸਟ ਇੰਡੀਆ ਕੰਪਨੀ ਸੀ, ਇੱਥੇ ਦੋ ਕੰਪਨੀਆਂ ਆ, ਅਡਾਨੀ ਦੀ ਅਤੇ ਅੰਬਾਨੀ ਦੀ। ਉਹ 200 ਸਾਲ ਨਹੀਂ ਹਿੱਲਣ ਦਿੱਤਾ, ਇਹ 400 ਸਾਲ ਨਹੀਂ ਹਿੱਲਣ ਦੇਣਗੇ। ਜਾਣੀ ਇਹੋ ਜਿਹੀ ਦਮਨ ਹਾਲਾਤ ਬਣਾਈ ਹੈ। ਬਿਲਕੁਲ ਅਪਰੋਚ ਉਹੀ ਹੈ ਕਿ ਚਲਾਕੀ ਦੇ ਨਾਲ ਲੋਕਾਂ ਦੇ ਬਣੇ ਬਣਾਏ ਮਾਲ 'ਤੇ ਆਪਣੀ ਮੋਹਰ ਲਾਉਣੀ ਅਤੇ ਉਹਦੇ 'ਤੇ ਰਾਜ ਆਪਣਾ ਗ੍ਰਿਪ ਜਿਹੜਾ ਰਾਜਨੀਤਿਕ ਆ ਉਹ ਕਿਵੇਂ ਮਜ਼ਬੂਤ ਕਰਨਾ, ਪੈਸੇ ਨਾਲ ਪੈਸਾ ਬਣਾਉਣਾ। ਉੱਧਰੋਂ ਤੁਸੀਂ ਜਿਹੜੇ ਸਾਰੇ ਬੌਂਡ ਵਗੈਰਾ ਵਗੈਰਾ ਅੱਜ ਕੱਲ੍ਹ ਕਾਰਪੋਰੇਟਾਂ ਕੋਲ, ਬੈਂਕਾਂ ਦੇ ਰਾਹੀਂ ਪਾਰਟੀ ਕੋਲ ਪਹੁੰਚਾਏ ਜਾ ਸਕਦੇ, ਪਤਾ ਨਹੀਂ ਲੱਗਦਾ ਓਪਨਲੀ ਕਿ ਕਿਹਨੇ ਕਿਹਨੂੰ ਕਿੰਨੇ ਪੈਸੇ ਦਿੱਤੇ। ਉਹ ਪੈਸੇ ਇਕੱਠੇ ਕਰ ਕਰਕੇ ਉਹਨਾਂ ਦੇ ਫਾਇਦੇ ਕਰੀ ਜਾਂਦੇ ਆ। ਹਾਲਤ ਇਹ ਬਣ ਗਈ ਆ ਕਿ ਹੁਣ ਬੈਂਕਾਂ ਤੱਕ ਵੀ ਪ੍ਰਾਈਵੇਟ ਬੈਂਕਾਂ ਖੋਲ੍ਹਣ ਦਾ ਔਰ ਦੂਜੀਆਂ ਨੈਸ਼ਨਲ ਬੈਂਕਾਂ ਉਹਨਾਂ ਨੂੰ ਫੜਾਉਣ ਦਾ ਤਿਆਰੀ ਕਰ ਲਈ ਆ, ਪਬਲਿਕ ਸੈਕਟਰ 'ਤੇ ਕਰੇ ਲਿਆ। ਯਾਨੀ ਇਸ ਕਰਕੇ ਮੈਂ ਦਮਨ ਕਹਿਣਾ ਚਾਹੁੰਦਾ ਕਿ ਦੇਸ਼ ਦੇ ਜਿਹੜੇ ਹਾਲਾਤ, ਤੁਸੀਂ ਗੱਲ ਤਾਂ ਕੀਤੀ ਕਿਸਾਨਾਂ ਦੀ, ਮੈਨੂੰ ਲਾਰਜਰ ਪਿਕਚਰ ਵੀ ਬੜੀ ਸਾਫ਼ ਨਜ਼ਰ ਆ ਰਹੀ ਹੈ ਕਿ ਦੇਸ਼ ਦੀ ਇਹ ਇਕੱਲੀ ਕਿਸਾਨ ਮੂਵਮੈਂਟ ਸ਼ੁਰੂਆਤੀ ਦੌਰ 'ਚ ਹੈਗੀ। ਆਉਣ ਵਾਲੇ ਸਮੇਂ 'ਚ ਦੇਸ਼ ਦੀ ਦੂਜੀ ਆਜ਼ਾਦੀ ਦੀ ਜੰਗ ਬਣਨੀ ਹੈ ਔਰ ਅਸੀਂ ਬਹੁਤ ਸਾਰੀਆਂ ਸਟੇਜਾਂ ਤੋਂ ਕਹਿੰਦੇ ਹਾਂ ਕਿ ਇਹ ਦੇਸ਼ ਦੀ ਅਸਲ ਮਾਅਨਿਆਂ 'ਚ ਆਮ ਜਨਤਾ ਨੂੰ ਇਹਨਾਂ ਲੋਕਾਂ ਦੀ ਲੁੱਟ ਖਸੁੱਟ ਤੋਂ ਬਚਾਉਣਾ ਕਿਵੇਂ ਆ,
ਔਰ ਉਹਨਾਂ ਨੂੰ ਅਨਪੜ੍ਹਤਾ ਤੋਂ ਕਿਵੇਂ ਬਚਾਉਣਾ, ਉਹਨਾਂ ਨੂੰ ਬੇਰੁਜ਼ਗਾਰੀ ਤੋਂ ਕਿਵੇਂ ਬਚਾਉਣਾ, ਉਹਨਾਂ ਨੂੰ ਵਿਤਕਰੇ ਤੋਂ, ਜਾਤੀਗਤ ਅਤੇ ਧਰਮਾਂ ਦੇ ਵਿਤਕਰੇ ਤੋਂ ਕਿਵੇਂ ਬਚਾਉਣਾ, ਆਜ਼ਾਦ ਕਰਵਾਉਣਾ, ਮੁਕਤ ਕਰਾਉਣਾ। ਇਹ ਸਾਰੇ ਕੰਮ ਹੁਣ ਹੋਣਗੇ ਜਿਹੜੇ ਆਜ਼ਾਦੀ ਤੋਂ ਬਾਅਦ ਤੁਰੰਤ ਹੋਣੇ ਚਾਹੀਦੇ ਸੀ। ਜਿਵੇਂ ਤੁਸੀਂ ਕਿਹਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਕੁਝ ਕਰ ਸਕਦੀ ਹੈਗੀ ਹੈ। ਜੇਕਰ ਅਸੀਂ ਝਾਤ ਮਾਰੀਏ ਤਾਂ ਆਏ ਦਿਨ ਕੋਈ ਨਾ ਕੋਈ ਬਿੱਲ ਲਿਆਂਦੇ ਜਾਂਦੇ ਆ ਨਵੇਂ। ਜੇਕਰ ਆਪਾਂ ਹਾਲ ਹੀ ਦੇ ਵਿੱਚ ਦੇਖੀਏ ਤਾਂ ਜਿਹੜੇ ਭਾਜਪਾ ਦੇ ਨੇਤਾ ਹੈਗੇ ਆ ਉਹਨਾਂ ਨੇ ਵਕਾਲਤ ਹਮੇਸ਼ਾ ਕੀਤੀ ਹੈ। ਜਦੋਂ ਇਹ ਆਰਡੀਨੈਂਸ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਕਰ ਰਹੇ ਹੈਗੇ ਆ। ਹਾਲ ਹੀ ਦੇ ਵਿੱਚ ਮਨ ਕੀ ਬਾਤ ਦੇ ਵਿੱਚ ਵੀ ਜਿਹੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਗਿਆ ਕਿ ਇਹ ਕਾਨੂੰਨ ਤਾਂ ਪਹਿਲਾਂ ਆ ਜਾਣੇ ਚਾਹੀਦੇ ਸੀ ਤੇ ਲਾਗੂ ਹੋ ਜਾਣੇ ਚਾਹੀਦੇ ਸੀਗੇ। ਸੋ ਇਹ ਆਮਦਨ ਦੁੱਗਣੀ ਕਰਨ ਵਾਲੇ ਆ। ਤੁਸੀਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਇੱਕ ਨਾ ਉਹ ਪੰਜਾਬੀ ਵਿੱਚ ਕਹਾਵਤ ਆ, ਉਹ ਲੇਡੀ ਕਹਿੰਦੀ ਆ ਕਿ ਮੈਨੂੰ ਨੱਥ ਕਢਾ ਦੇ, ਉਹ ਕਹਿੰਦਾ ਮੈਂ ਤੇਰਾ ਨੱਕ ਵਢਾ ਦੇਣਾ। ਜਾਣੀ ਗੈਪ ਸੋਚਣ ਦਾ ਇੰਨਾ ਹੈਗਾ। ਅਤੇ ਉਹ ਜਾਣੀ ਕਹਿ ਰਹੇ ਕਿ ਤੁਹਾਡੀ ਆਮਦਨ ਦੁੱਗਣੀ ਕਹਿੰਦੇ ਆ। ਉਹ ਕਹਿੰਦੇ ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਹੀ ਬੈਠੇ ਰਹਿਣ ਦਿਓ, ਰੱਬ ਦਾ ਵਾਸਤਾ, ਤੁਸੀਂ ਤਾਂ ਸਾਡੀਆਂ ਜ਼ਮੀਨਾਂ ਖੋਹਣ ਆ ਗਏ ਆ। ਜਾਣੀ ਆਰਗੂਮੈਂਟ ਦਾ ਗੈਪ ਇੰਨਾ ਜ਼ਿਆਦਾ, ਇਸੇ ਕਰਕੇ ਹੀ ਗੁੱਸਾ ਅਤੇ ਵਿਦਰੋਹ ਵੀ ਉਨਾ ਹੀ ਜ਼ਿਆਦਾ, ਕਿਉਂਕਿ ਸਮਝਣ ਲਈ ਤਿਆਰ ਨਹੀਂ ਹੈਗਾ। ਮੋਦੀ ਜਾਣੀ ਸਮਝਦਾ ਕਿ ਲੋਕਾਂ ਨੂੰ ਮੈਂ ਬੇਵਕੂਫ ਬਣਾਵਾਂ। ਸਾਰੀ ਦੁਨੀਆ ਦੇ ਵਿੱਚ ਕਰੋਨਾ ਕਾਲ ਦੇ ਦੌਰਾਨ ਸਾਰੀਆਂ ਸਰਕਾਰਾਂ ਨੇ ਜਿੰਨਾ ਪੁੱਜਦਾ ਸਰਦਾ ਸੀ ਆਰਥਿਕ ਤੌਰ 'ਤੇ ਲੋਕਾਂ ਦੀ ਮਦਦ ਕੀਤੀ, ਕਿਉਂਕਿ ਇਕੋਨਮੀ ਥੱਲੇ ਚਲੇ ਗਈ, ਲੋਕ ਬੇਰੁਜ਼ਗਾਰ ਹੋ ਗਏ ਅਤੇ ਉਹਨਾਂ ਨੂੰ ਅਨਐਮਪਲਾਇਮੈਂਟ ਅਲਾਊਂਸ, ਕਿਸੇ ਨੂੰ ਬਿਜ਼ਨਸ ਦੀ ਕੰਪਨਸੇਸ਼ਨ ਦਿੱਤੀ। ਸਾਡਿਆਂ ਨੇ ਇਹਨਾਂ ਨੇ ਜਿਹੜੇ ਦੇਸੀ ਅੰਗਰੇਜ਼ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਚੱਕ ਕੇ ਇਹ 3 ਕਾਲੇ ਕਾਨੂੰਨ ਲੈ ਕੇ ਆ ਗਏ। ਖੇਤੀ ਨੂੰ ਜਾਣੀ ਅਡਾਨੀ ਨੂੰ ਫੜਾਉਣ ਦਾ ਕਰਤਾ, ਪਬਲਿਕ ਸੈਕਟਰ 'ਤੇ ਸਿੱਧਾ ਹਮਲਾ ਕਰਤਾ। ਕਹਿੰਦੇ ਐਤਕੀ ਇਹਨੂੰ ਪਬਲਿਕ ਸੈਕਟਰ ਨੂੰ 2.5 ਲੱਖ ਕਰੋੜ, ਅਸੀਂ 3 ਲੱਖ ਕਰੋੜ ਦਾ ਬਜਟ ਜਿਹੜਾ ਹੈ ਪਬਲਿਕ ਸੈਕਟਰ ਵੇਚ ਕੇ ਲੈਣਾ। ਉਹ 'ਚ ਰੇਲਵੇ ਵੀ ਹੈ, ਹੋਰ ਵੀ ਹੈ, ਏਅਰਪੋਰਟਸ, ਸਾਰਾ ਤੁਹਾਨੂੰ ਪਤਾ ਸਾਰਾ ਕੁਝ ਚੱਲ ਰਿਹਾ। ਇਹ BSNL ਸਾਰਾ ਜਿੰਨੇ ਵੀ ਉਹ ਜਾਣੀ ਪ੍ਰੋਫਿਟ ਮੇਕਿੰਗ ਪਬਲਿਕ ਸੈਕਟਰ, ਪਾਵਰ ਸੈਕਟਰ ਨੂੰ ਵੀ ਇਹ ਦੇ ਰਹੇ, ਉਹਨਾਂ ਨੂੰ ਫੜਾ ਰਹੇ। ਇਹ ਕੰਮ ਸ਼ੁਰੂ ਕਰਤਾ। ਸਭ ਤੋਂ ਜਿਹੜੀ ਘਿਨਾਉਣੀ ਅਤੇ ਸਭ ਤੋਂ ਜਿਹੜੀ ਧੱਕੇ ਵਾਲੀ ਗੱਲ ਕੀਤੀ ਹੈ ਉਹ ਲੇਬਰ ਦੇ ਜਿਹੜੇ ਕਾਨੂੰਨ ਸਾਡੇ ਸੀਗੇ ਇੱਥੇ, ਵਰਕਰਸ ਦੇ ਬਣੇ, ਟ੍ਰੇਡ ਯੂਨੀਅਨ ਦੇ ਐਕਟ, ਪੇਮੈਂਟ ਆਫ ਵੇਜਸ ਐਕਟ, ਮਿਨੀਮਮ ਵੇਜਸ ਐਕਟ, ਸਾਰੇ ਜਿੰਨੇ ਐਕਟ ਸੀਗੇ ਉਹ 44 ਕਾਨੂੰਨ ਸੀ ਇਹੋ ਜਿਹੇ। ਮੈਟਰਨਿਟੀ ਬੈਨੀਫਿਟ ਦੇ ਕਿੰਨੇ, ਕਰੈਚ ਬਣਾਉਣ ਦੇ ਬਹੁਤ ਐਕਟ ਆ ਉਹ, ਹੈ ਨਾ। ਉਹ ਸਾਰੇ ਐਕਟ ਨੂੰ ਖਤਮ ਕਰਕੇ ਇਹਨਾਂ ਨੇ 4 ਲੇਬਰ ਕੋਡ ਬਣਾਤੇ ਜਿਹੜੇ ਕਿ ਬਿਲਕੁਲ ਸਿੱਧਾ ਕਾਰਪੋਰੇਟ ਦੇ ਹੱਕਾਂ 'ਚ ਬਣਾਏ। ਕਹਿਣ ਦਾ ਮੇਰਾ ਮਤਲਬ ਦਲਿਤਾਂ ਦਾ ਜਿਸ ਤਰ੍ਹਾਂ ਵਜੀਫਾ ਉਹ ਪਹਿਲਾਂ 90% ਸੈਂਟਰ ਦਿੰਦਾ ਸੀਗਾ, ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ, ਅਤੇ 10% ਸਟੇਟਾਂ ਦਿੰਦੀਆਂ ਸੀ। ਇਹਨਾਂ ਨੇ ਹੁਣ ਉਲਟਾ ਕੇ ਕਹਿੰਦੇ ਅਸੀਂ ਤਾਂ 10% ਦਿਆਂਗੇ, 90% ਤੁਸੀਂ ਦਿਓ। ਜਾਣੀ ਬੰਦੇ ਕਰਤਾ। ਸਟੇਟਾਂ ਦਾ ਜਿਹੜਾ ਸਾਰਾ ਪੈਸਾ ਜਿਹੜਾ GST ਵਗੈਰਾ ਉਹ ਦਿੱਲੀ ਲੈ ਜਾਂਦੇ ਆ, ਮਗਰੋਂ ਇਹ ਉੱਥੇ ਜੁੱਤੀਆਂ ਘਸਾਉਂਦੇ ਫਿਰਦੇ, ਮਨਪ੍ਰੀਤ ਬਾਦਲ ਹੋਣੀ ਕਿ ਸਾਡਾ ਪੈਸਾ ਸਾਨੂੰ ਦੇ ਦਿਓ। ਉੱਥੇ ਬਾਹਰ ਬਹਿ ਜਾਂਦੇ ਆ, ਗੇੜੇ ਕੱਢੀ ਜਾਂਦੇ। ਕਹਿਣ ਦਾ ਮਤਲਬ ਕਿ ਸਟੇਟਾਂ ਨੂੰ ਦੀ ਜਿਹੜੀ ਹੱਕ ਹਕੂਕ ਸੀ ਉਹਨੂੰ ਖਤਮ ਕੀਤਾ, ਲੇਬਰ ਦੇ ਹੱਕ ਹਕੂਕ ਨੂੰ ਖਤਮ ਕਰਤਾ, ਜਿਹੜੇ ਕਿਸਾਨ ਆ ਉਹਨਾਂ 'ਤੇ ਹਮਲਾ ਕਰਤਾ, ਦਲਿਤਾਂ ਦਾ ਜਿਹੜੇ ਪੜ੍ਹਨ ਦੀ ਮਾੜੀ ਮੋਟੀ ਸਹੂਲੀਅਤ ਸੀਗੀ ਉਸ ਨੂੰ ਖਤਮ ਕਰਤਾ, ਅਤੇ ਮਨਰੇਗਾ ਦੇ ਪੈਸੇ 'ਤੇ ਕੱਟ ਲਾਤਾ। ਜਿੱਥੇ ਪੇਂਡੂ ਔਰਤਾਂ ਨੂੰ ਮਾੜਾ ਮੋਟਾ ਰੁਜ਼ਗਾਰ ਮਿਲ ਕੇ ਪੇਟ ਪਾਲਦੀਆਂ ਸੀ, ਭਾਵੇਂ 100 ਦਿਨ ਹੀ ਮਿਲਦਾ ਸੀ, 265 ਦਿਨ 'ਤੇ ਨਹੀਂ ਸੀ ਮਿਲਦਾ, ਪਰ ਮਾੜੀ ਮੋਟੀ ਰਾਹਤ ਸੀਗੀ। ਇਹ ਤੁਸੀਂ ਇਸ ਨੂੰ ਕਿਵੇਂ ਲਓਗੇ? ਤੁਹਾਨੂੰ ਕੋਈ ਵਿਦੇਸ਼ਾਂ ਦੀ ਲੋੜ ਹੈ ਆਪਣੇ ਉੱਤੇ ਕੋਈ ਨਰਕ ਜਿਹੜਾ ਭੋਗਣ ਦੀ? ਇਹ ਤਾਂ ਆਪਣੇ ਹੀ ਬਥੇਰੇ ਹੈਗੇ ਆ ਜੀ, ਤਗੜੇ ਤੌਰ 'ਤੇ ਹਮਲਾ ਕਰਤਾ। ਕਾਹਦੇ ਲਈ ਕਰ ਰਹੇ ਆ? ਸਿਰਫ ਅਤੇ ਸਿਰਫ 2 ਬੰਦਿਆਂ ਲਈ, ਅਡਾਨੀ ਅੰਬਾਨੀ ਲਈ। ਕੁਝ ਇਹਨਾਂ ਦੇ ਸੈਕੰਡ ਲੈਵਲ 'ਤੇ 1-2 ਬੰਦੇ ਕੁਝ ਹੋਰ ਹੋਣਗੇ। ਸਾਰਾ ਦੇਸ਼ ਵੇਚ ਕੇ ਉਹਨਾਂ ਦੀ ਜੇਬ 'ਚ ਪਾਉਣਾ, ਆਹ ਲਓ ਚਾਬੀ ਚੱਕ ਲਓ। ਇਸੇ ਕਰਕੇ ਜਦੋਂ ਤੁਸੀਂ ਹੁਣ ਇਹਨਾਂ ਦੀ ਗੱਲ ਕਰਦੇ ਆ ਬਣੂਗਾ ਕੀ ਹੋਊਗਾ, ਇਹਨੂੰ ਕੁੱਟਮਾਰ ਕਿਉਂ ਹੋ ਰਹੀ ਹੈ, ਮੈਂ ਸਾਰੀ ਗੱਲ ਦਾ ਸਾਰਨ ਸੇ ਕਹਿਣਾ ਕਿ ਜਦ ਤੱਕ ਇਸ ਸਾਰੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਇੱਕ ਤਾਂ ਡਰ ਕੇ ਕਿਤੇ ਲੋਕਾਂ ਦਾ ਅਕਰੋਚ ਜ਼ਿਆਦਾ ਨਾ ਹੋ ਜੇ, ਜਿਵੇਂ ਹੁਣੇ ਮਲੋਟ ਮੰਡੀ 'ਚ ਕੱਪੜੇ ਤਾਰਨ ਦੇ ਵਿੱਚ MLA ਦਾ ਹੋਇਆ। ਇਹ ਮਾੜੀ ਗੱਲ ਹੋਈ, ਪਰ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਣ ਦੀ ਲੋੜ ਹੈਗੀ। ਦੂਸਰਾ ਮੈਨੂੰ ਇੰਝ ਲੱਗਦਾ ਕਿ ਮੋਦੀ ਦੇ ਹੱਥ ਆਪਣੇ ਆਪ ਨੂੰ ਜਿੰਨੇ ਮਰਜ਼ੀ 56 ਇੰਚ 60 ਇੰਚ ਕਹੀ ਜਾਏ ਸੀਨੇ ਵਾਲਾ ਬੰਦਾ, ਇਹਦੇ ਪੱਲੇ ਕੱਖ ਨਹੀਂ। ਜਿਹੜਾ ਹੁੰਦਾ ਨਾ, ਜਿਹੜਾ ਜ਼ਿਆਦਾ ਬੜਕਾ ਮਾਰੇ ਉਹ ਅਸਲ 'ਚ ਅੰਦਰੋਂ ਖੋਖਲਾ ਹੀ ਹੁੰਦਾ। ਉਹਨੂੰ ਦੱਸਣਾ ਜਿਹਨੂੰ ਪਵੇ ਕਿ ਮੈਂ ਤਕੜਾ, ਅਤੇ ਉਹਦਾ ਕਾਹਦਾ ਤਕੜਾ ਆ? ਉਹ ਤਾਂ ਤਕੜੇ ਦਾ ਤਾਂ ਵੈਸੇ ਹੀ ਪਤਾ ਹੁੰਦਾ। ਸ਼ੇਰ ਜੰਗਲ 'ਚ ਦੱਸਦਾ ਥੋੜ੍ਹੀ ਫਿਰਦਾ ਬਾਂਦਰਾਂ ਨੂੰ ਜਾ ਕੇ ਕਿ ਮੈਂ ਤਕੜਾ ਜੇ, ਓਏ ਪਰਾਂ ਹੋ ਜਾਓ, ਮੇਰੀ ਪੂਛ ਨੂੰ ਨਾ ਹੱਥ ਲਾਇਓ। ਇਸ ਕਰਕੇ ਇਹਨਾਂ ਦੀ ਅਸਲੀ ਤਾਕਤ ਜਿਹੜੀ ਆ ਉਹ ਪਿੱਛੇ ਕਾਰਪੋਰੇਟਾਂ ਕੋਲ ਆ। ਇਹ ਉਹਨਾਂ ਦੇ ਮੋਹਰੇ ਆ,
ਜਿਵੇਂ ਈਸਟ ਇੰਡੀਆ ਕੰਪਨੀ ਦੀ ਸੀ, ਇਹ ਬਾਕੀ ਦੇ ਜਿਹੜੇ ਉੱਥੇ ਸੀਗੇ ਉਹਨਾਂ ਦੇ ਆਪਣੇ ਆਰਮੀ ਰੱਖੀ ਸਾਰਾ ਉਸੇ ਹੀ ਪੈਟਰਨ 'ਤੇ। ਇਹਨਾਂ ਦੀ ਡਿਊਟੀ ਕੀ ਲਾਈ ਉਹਨਾਂ ਕਾਰਪੋਰੇਟਾਂ ਨੇ ਕਿ ਤੁਸੀਂ ਜਿੰਨੇ ਇੰਸਟੀਚਿਊਸ਼ਨ ਹੈ ਜਿੱਥੇ ਜਿੱਥੇ ਉਸ ਕਾਰਪੋਰੇਟਾਂ ਨੂੰ ਕੋਈ ਚੁਣੌਤੀ ਹੋ ਸਕਦੀ ਆ ਉਹਦੇ 'ਤੇ ਕਬਜ਼ਾ ਕਰੋ। ਇਸੇ ਤਰੀਕੇ ਨਾਲ ਇਹਨਾਂ ਨੇ ਪੈਨੀਟ੍ਰੇਸ਼ਨ ਆਪਣੀ ਜੁਡੀਸ਼ਰੀ 'ਚ ਕੀਤੀ ਆ, ਇਲੈਕਸ਼ਨ ਕਮਿਸ਼ਨ 'ਚ ਕੀਤੀ ਆ, ਰਿਜ਼ਰਵ ਬੈਂਕ 'ਚ ਕੀਤੀ ਆ, ਈਡੀ ਅਤੇ CBI ਅਤੇ ਉਹ ਤਾਂ ਪਹਿਲਾਂ ਹੀ ਉਹਨਾਂ ਦੇ ਤੋਤੇ ਆ, ਹੈ ਨਾ, ਜੋ ਤੇ ਕੋਰਟ ਹੀ ਕਹਿ ਚੁੱਕੀ ਆ ਕਿ CBI ਜਿਹੜੀ ਆ ਸੈਂਟਰ ਦਾ ਤੋਤਾ ਹੈਗੀ। ਇਹ ਸਾਰੇ ਜਿਹੜੇ ਇੰਸਟੀਚਿਊਸ਼ਨ ਆ, ਮੀਡੀਆ ਬੜੇ ਵੱਡੇ ਪੱਧਰ 'ਤੇ ਆਪਣੇ ਹੱਥਾਂ 'ਚ ਕੀਤਾ, ਸੋਸ਼ਲ ਮੀਡੀਆ ਇੱਕ ਬੜਾ ਪੈਸੇ ਦੇ ਨਾਲ ਖੜਾ ਕਰ ਲਿਆ। ਕੁੱਲ ਮਿਲਾ ਕੇ ਇਹ ਹੈਗਾ ਕਿ ਜਿੱਥੇ ਵੀ ਤੁਹਾਨੂੰ ਥੋੜ੍ਹੀ ਉਮੀਦ ਲੋਕਾਂ ਦੇ ਹੱਕ ਦੀ, ਲੋਕ ਆਵਾਜ਼ ਦੀ, ਲੋਕ ਰਾਹਤ ਦੀ ਮਿਲਣੀ ਹੁੰਦੀ ਹੈ, ਉਹ ਸਾਰੇ ਦਰਵਾਜ਼ੇ ਬੰਦ ਕਰਕੇ ਇਹਨਾਂ ਨੂੰ ਅੱਗੇ ਲਾਇਆ ਅਡਾਨੀ ਅੰਬਾਨੀ ਦੇ ਉਹਨਾਂ ਵਰਗਿਆਂ ਬੰਦਿਆਂ ਨੇ ਕਿ ਤੁਸੀਂ ਜੋ ਅਸੀਂ ਕਹਿੰਦੇ ਹਾਂ ਉਂਝ ਚੱਲੋ। ਮੈਨੂੰ ਤਾਂ ਲੱਗਦਾ ਜਿਹੜੀਆਂ ਬਜਟ ਦੀਆਂ ਪ੍ਰਪੋਜ਼ਲਾਂ ਅਤੇ ਪ੍ਰਾਇਓਰਿਟੀਜ਼ ਹੈਗੀਆਂ ਜਾਂ ਜਿੰਨੇ ਕਾਨੂੰਨ ਆ ਖਾਸ ਕਰਕੇ ਖੇਤੀ ਵਾਲੇ ਆ, ਇਹ ਪਾਰਲੀਮੈਂਟ 'ਚ ਪਾਸ ਜ਼ਰੂਰ ਕਰਾਉਂਦੇ ਆ, ਡਰਾਫਟ ਉਹਨਾਂ ਦੇ ਬੰਦੇ ਬਣਾ ਕੇ ਦੇ ਰਹੇ ਆ। ਤੁਸੀਂ ਜਿਵੇਂ ਗੱਲ ਕੀਤੀ ਹੈਗੀ ਹੈ ਕਿ ਜੇ ਪਿੱਛੋਂ ਬਣ ਕੇ ਆ ਜਾਂਦੇ ਹੈਗੇ, ਸਿਰਫ ਜਿਹੜੇ ਪਾਸ ਕਰਵਾਉਂਦੇ ਹੈਗੇ ਆ। ਹਾਲ ਹੀ ਦੇ ਵਿੱਚ ਜਿਹੜਾ ਦਿੱਲੀ ਦੇ ਲਈ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਜੀ, LG ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਗਈਆਂ ਨੇ, ਉਹਦੇ ਵਿੱਚ ਵੀ ਜਿਹੜਾ ਵਿਰੋਧੀ ਧਿਰਾਂ ਨੇ ਵਾਕਆਊਟ ਤੱਕ ਕਰ ਦਿੱਤਾ, ਉਹ ਪਾਸ ਕਰ ਦਿੱਤੇ ਗਏ। ਇਹ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੈਗੇ ਹੋ? ਦਮਨ, ਜਦੋਂ ਤੁਸੀਂ ਆਰਥਿਕ ਪਾਵਰ ਨੂੰ, ਸ਼ਕਤੀ ਨੂੰ ਇੰਨੇ ਵੱਡੇ ਪੱਧਰ 'ਤੇ ਕੁਛ ਕੁ ਲੋਕਾਂ ਦੇ ਹੱਥ 'ਚ ਕੇਂਦਰਿਤ ਕਰ ਦੋਗੇ ਅਤੇ ਉਹਨੂੰ ਬਚਾਉਣ ਲਈ ਰਾਜਨੀਤਿਕ ਸ਼ਕਤੀ ਵੀ ਤਾਂ ਉਨੀ ਕੇਂਦਰਿਤ ਹੋਣੀ ਚਾਹੀਦੀ ਹੈ। ਡੈਮੋਕ੍ਰੈਟਿਕ ਥੋੜ੍ਹੀ ਚੱਲੂਗੀ ਇਹੋ ਜਿਹੀ, ਉਹ ਤੇ ਇਹਨੂੰ ਸਵਾਲ ਕਰ ਦੇਣਗੇ, ਉਹ ਤੇ ਖਦੇੜ ਦੇਣਗੇ। ਇਹ ਦੋਵੇਂ ਸਿਸਟਮ ਪੈਰਲ ਚੱਲਦੇ ਆ। ਜੇ ਇਸ ਸਿਸਟਮ ਨੇ ਇੱਥੋਂ ਚੱਲ ਕੇ ਇੱਥੇ ਪਹੁੰਚਣਾ, ਅਰਥ ਵਿਵਸਥਾ 'ਚ ਸਾਰੀ ਸ਼ਕਤੀ ਇੱਥੇ ਪਾ ਦੇਣੀ ਆ, ਇਸ ਨੂੰ ਉੱਪਰ ਪਿਰਾਮਿਡ 'ਤੇ ਬੈਠੇ ਨੂੰ ਬਚਾਉਣ ਲਈ ਇੱਧਰੋਂ ਜਿਹੜੀ ਰਾਜਨੀਤਿਕ ਸ਼ਕਤੀ ਦਾ ਵੀ ਕੇਂਦਰੀਕਰਨ ਇਸੇ ਤਰ੍ਹਾਂ ਹੀ ਹੋਣਾ, ਤਾਂ ਉਹਨੇ ਬਚਣਾ। ਕਿਉਂਕਿ ਉਹਨੇ ਛਾਲ ਮਾਰ ਕੇ ਇਹਨੂੰ ਕਹਿਣਾ ਕਿ ਦੇਖੋ ਸਾਨੂੰ ਥੋੜ੍ਹਾ ਜਿਹਾ ਬਚਾ। ਹੁਣ ਇਹਨਾਂ ਨੂੰ ਹੁਕਮ ਇਹ ਹੈ ਇਸ ਪਾਸਿਓਂ ਕਿ ਜਿਹੜੇ ਅਡਾਨੀ ਅੰਬਾਨੀਆਂ ਵੱਲੋਂ ਕਿ ਤੁਸੀਂ ਸਾਰੇ ਜਿਹੜੀ ਇਹਦੇ ਅਲੱਗ-ਅਲੱਗ ਅੰਗ ਹੈਗੇ ਆ ਡੈਮੋਕ੍ਰੇਸੀ ਦੇ, ਉਹਨਾਂ 'ਤੇ ਆਪਣਾ ਅੰਦਰ ਵੜ ਕੇ ਕਬਜ਼ਾ ਕਰੋ ਤਾਂ ਕਿ ਤੁਹਾਡੀ ਸੱਤਾ ਨੂੰ ਕੋਈ ਚੁਣੌਤੀ ਨਾ ਹੋਵੇ। ਇਹਨੂੰ ਤੁਸੀਂ ਫਾਸ਼ੀਵਾਦ ਕਹਿ ਲਓ, ਇਹਨੂੰ ਤੁਸੀਂ ਏਕਾਧਿਕਾਰਵਾਦ ਕਹਿ ਲਓ, ਇਹਨੂੰ ਤੁਸੀਂ ਮੋਦੀਕਰਨ ਕਹਿ ਲਓ, ਸਾਡੀ ਰਾਜਨੀਤੀ ਦਾ ਕੁਛ ਕਹਿ ਲਓ। ਹਾਲਾਤ ਇਹ ਬਣੇ ਆ ਕਿ ਡੈਮੋਕ੍ਰੇਸੀ ਲਗਾਤਾਰ ਜਿਹੜੀ ਅੰਦਰੂਨੀ ਸਾਡੀ ਡੈਮੋਕ੍ਰੇਸੀ, ਪਾਰਟੀਆਂ ਦੇ ਅੰਦਰ ਦੀ ਵੀ, ਪਾਰਟੀਆਂ ਦੇ ਅੰਦਰੂਨੀ ਡੈਮੋਕ੍ਰੇਸੀ ਵੀ, BJP ਦੇ ਵੱਡੇ ਲੀਡਰ ਬਹੁਤ ਤੰਗ ਬੈਠੇ ਆ, ਗੋਡੇ ਗੋਡੇ ਤੰਗ ਬੈਠੇ, ਉਹਨਾਂ ਦੀ ਕੋਈ ਨਹੀਂ ਪੁੱਛਦਾ ਹੈ। ਅਤੇ ਇੱਕ ਪਾਸੇ ਜਿਹੜੀ ਅਤੇ ਦੂਜੀਆਂ ਸਰਕਾਰਾਂ ਦੀ ਵੀ ਜਿਹੜੀ ਡੈਮੋਕ੍ਰੇਸੀ ਹੁੰਦੀ ਆ, ਵਿਰੋਧੀ ਵਿਚਾਰਾਂ ਨੂੰ ਸੁਣਨਾ, ਵਿਰੋਧੀ ਪਾਰਟੀਆਂ ਦੀ ਰਿਸਪੈਕਟ ਕਰਨੀ, ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਇਹਨਾਂ ਹਾਲਾਤਾਂ 'ਚ ਸਾਨੂੰ ਜਿਹੜੇ ਆਮ ਜਨਤਾ ਜਨਾਰਦਨ ਆ, ਉਹਨਾਂ ਨੂੰ ਸੋਚਣ ਲਈ ਮਜਬੂਰ ਕਰਦੇ ਆਏ ਕਿ ਅਸੀਂ ਫਿਰ ਜਾਏਂ ਤੋਂ ਜਾਏਂ ਕਹਾਂ, ਅਸੀਂ ਉਹ ਗਾਣਾ ਹੀ ਗਾਉਂਦੇ ਰਹਾਂਗੇ ਬੈਠੇ ਕਿ ਜਾਂ ਕੁਛ ਕਰਾਂਗੇ। ਮੇਰਾ ਖਿਆਲ ਸਾਡੇ ਪੰਜਾਬੀਆਂ ਨੇ, ਕਿਸਾਨ ਵੀਰਾਂ ਨੇ ਇਹ ਇੱਕ ਚੰਗਾ ਫੈਸਲਾ ਲਿਆ ਕਿ ਅਸੀਂ ਜਾਣਾ ਕਿਤੇ ਨਹੀਂ ਹੈ, ਇੱਥੇ ਹੀ ਲੜਨਾ ਆਪਣੇ ਹੱਕ ਹਕੂਕ ਲਈ ਔਰ ਦਮਖਮ ਦਿਖਾਉਣਾ ਔਰ ਆਪਣੀ ਲੜਾਈ ਲੜ ਕੇ ਜਿੱਤਣੀ ਹੈ। ਕਿਸਾਨ ਜਿਹੜੇ ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਆ, ਸਰਕਾਰ ਤੇ ਕਿਸਾਨਾਂ ਵਿਚਕਾਰ ਕੋਈ ਵੀ ਗੱਲਬਾਤ ਨਹੀਂ ਹੁੰਦੀ, ਇੱਕ ਖੜੋਤ ਜੀ ਆਈ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਖੜੋਤ ਨੂੰ ਕਿਵੇਂ ਤੋੜਿਆ ਜਾ ਸਕਦਾ? ਕਿਉਂਕਿ ਸਰਕਾਰ ਹਮੇਸ਼ਾ ਬਿਆਨ ਦਿੰਦੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਆਇਆ ਕਿ ਕਿਸਾਨ ਜਿਹੜੇ ਆਪਣਾ ਅੜੀਆ ਰਵੱਈਆ ਛੱਡਣ, ਗੱਲਬਾਤ ਦੇ ਜ਼ਰੀਏ ਹੀ ਮਸਲਿਆਂ ਦਾ ਹੱਲ ਹੁੰਦਾ ਆ। ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜੋ ਤੇ ਮੋਦੀ ਤੇ ਉਹਨਾਂ ਦੇ ਜਿਹੜੇ ਨੀਤੀ ਗਾਦੀ ਬਦਨੀਤੀ, ਨੀਤੀ ਨਹੀਂ ਬਦਨੀਤੀ ਆਯੋਗ, ਕਿਉਂਕਿ ਉਹਨਾਂ ਦੀ ਨੀਅਤ ਠੀਕ ਨਹੀਂ ਹੈ। ਉਸ ਨੀਤੀ ਯੋਗ 'ਚ ਤੁਹਾਨੂੰ ਦੇਖਣ ਨੂੰ ਮਿਲਦਾ, ਰਮੇਸ਼ ਚੰਦ ਦਾ ਕੱਲ੍ਹ ਵੱਡਾ ਬਿਆਨ ਅਸੀਂ ਇੱਥੇ ਅਖਬਾਰਾਂ 'ਚ ਮੀਡੀਆ 'ਚ ਪੜ੍ਹ ਰਹੇ ਹਾਂ ਕਿ ਉਹਨੇ ਸਾਫ਼ ਕਿਹਾ ਕਿ ਦੇਖੋ ਜੇ ਤੁਸੀਂ ਦੇਸ਼ ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਜੋ ਮੋਦੀ ਨੇ ਪਹਿਲਾਂ ਕਿਹਾ ਸੀ, ਜਾਣੀ ਇੱਕ ਦੂਜੇ ਤੋਂ ਵੱਧ ਕੰਪੀਟੀਸ਼ਨ ਹੈ, ਗੱਪ ਮਾਰ ਦਿਓ, ਰੇਡ ਦਿਓ ਪੂਰੀ। ਭਾਜਪਾ ਦੇ ਵਿਧਾਇਕ ਹਮੇਸ਼ਾ ਹੀ ਹਮਾਇਤ ਕਰਦੇ ਰਹੇ ਆ, ਜਦੋਂ ਆਰਡੀਨੈਂਸ ਸੀ ਉਦੋਂ ਵੀ ਤੇ ਹੁਣ ਕਾਨੂੰਨ ਬਣ ਗਿਆ ਉਦੋਂ ਤੱਕ ਕਰ ਰਹੇ ਆ। ਜਿਹਦੇ ਕੱਪੜੇ ਲੱਥੇ ਉਹ ਇਹੋ ਹੀ ਤੇ ਕਹਿਣ ਗਿਆ ਸੀਗਾ ਉੱਥੇ ਪ੍ਰੈਸ ਕਾਨਫਰੰਸ ਕਰਕੇ ਕਿ ਦੇਖੋ ਕਾਨੂੰਨ ਕਿੱਡੇ ਚੰਗੇ ਆ ਤੇ ਦੂਜੀ ਕਾਂਗਰਸ ਬਹੁਤ ਮਾੜੀ ਆ, ਇਹ ਗੱਲਾਂ ਕਹਿਣ ਗਿਆ ਸੀ। ਲੋਕੀ ਸੁਣਦੇ ਆ, ਤੁਸੀਂ ਐਵੇਂ ਗੱਪਾਂ ਮਾਰੀ ਜਾਓਗੇ। ਜੇ ਬਥੇਰੀਆਂ ਸੁਣ ਲਈਆਂ, ਹੁਣ ਮਨ ਕੀ ਬਾਤ ਕਰੀ ਚਲੋ, ਅੰਦਰ ਬੈਠ ਕੇ ਦੂਰੋਂ ਦੂਰਦਰਸ਼ਨ 'ਤੇ ਕਰੀ ਜਾਓ, ਹੈ ਨਾ, ਦੂਰ ਬੈਠ ਕੇ। ਜੇ ਤੁਸੀਂ ਮਨ ਕੀ ਬਾਤ ਜਿਹੜੀ ਹੈ ਬੈਠ ਕੇ ਤੇ ਪਬਲਿਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਨਾ ਕਰੋ, ਉਹ ਲੋਕਾਂ ਦੇ ਮਨ ਦੀ ਵੀ ਤੇ ਸੁਣਨੀ ਪਊ ਉੱਥੇ। ਤੇ ਇਹ ਇਸ ਤਰ੍ਹਾਂ ਦੇ ਹਾਲਾਤ ਆ। ਇਸ ਲਈ ਜਿਹੜਾ ਤੁਸੀਂ ਕਹਿ ਰਹੇ ਆ ਕਿ ਇਹਦਾ ਬਣੂਗਾ ਕੀ, ਬੜਾ ਸਾਫ਼ ਹੈਗਾ। ਲੰਮੀ ਲੜਾਈ ਹੈਗੀ ਆ, ਹੋ ਸਕਦਾ ਲੰਮੀ ਪੈ ਜਾਏ।
ਹਾਲ ਦੀ ਘੜੀ ਪਈ ਲੱਗਦੀ ਹੈ। ਮੋਦੀ ਜੀ ਨੂੰ ਲੱਗਦਾ ਕਿ ਉਹ ਇਹਨਾਂ ਨੂੰ ਥਕਾ ਕੇ ਜਰਕਾ ਕੇ ਇਹਨਾਂ ਦੇ ਅੰਦਰ ਬੇਇਤਫਾਕੀ ਪੈਦਾ ਕਰਕੇ ਸ਼ਾਇਦ ਆਪਣਾ ਵਕਤ ਕੱਢ ਜਾਣਗੇ, ਕਿਸੇ ਨੂੰ ਖਰੀਦ ਲੈਣਗੇ, ਕਿਸੇ ਨੂੰ ਅੱਗੇ ਤੋਰ ਦੇਣਗੇ, ਕਿਸੇ ਨੂੰ ਥੱਲੇ ਸੁੱਟ ਦੇਣਗੇ, ਜੋ ਸਰਕਾਰਾਂ ਸਾਰੀਆਂ ਪਾਵਰ ਸੱਤਾ ਕਰਦੀ ਹੈ। ਮੈਨੂੰ ਲੱਗਦਾ ਉਹ ਗਲਤ ਪਾਸੇ ਹੈਗੇ, ਉਹ ਗਲਤ ਸੋਚ ਰਹੇ। ਦੂਸਰਾ, ਉਹਨਾਂ ਨੂੰ ਇਸ ਵੇਲੇ ਮੁੱਖ ਚੁਣੌਤੀ ਇਹ ਜਿਹੜਾ ਜਿਨ੍ਹਾਂ ਨੂੰ ਨਸ਼ਾ ਸੱਤਾ ਦਾ ਵੇ, ਸੱਤਾ ਜੀਵੀ ਹੈ ਨਾ, ਇਹ ਤਾਂ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਬਚਦੀ, ਇਹ ਸੱਤਾ ਜੀਵੀ ਲਈ ਸੱਤਾ ਹੀ ਪਾਣੀ ਆ। ਉਹ ਹੁਣ ਪਾਣੀ ਵੱਡੇ ਸਮੁੰਦਰ 'ਚ ਜਿਹੜੇ ਬੇ ਆਫ ਬੰਗਾਲ 'ਚ ਤਰਨ ਗਿਆ, ਪੱਛਮੀ ਬੰਗਾਲ 'ਚ ਜਾ ਰਿਹਾ, ਅਸਾਮ 'ਚ ਜਾ ਰਿਹਾ, ਸਾਰੀ ਜਗ੍ਹਾ ਛਾਲਾ ਮਾਰਦਾ। ਔਰ ਉਹਨੂੰ ਬੜਾ ਚਾਅ ਚੜ੍ਹਦਾ ਸਾਡੇ ਪ੍ਰਧਾਨ ਮੰਤਰੀ ਨੂੰ, ਕਿਉਂਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਆਪਣੇ ਆਪ ਨੂੰ ਸਮਝਦਾ, ਉਹ ਸਮਝਦਾ ਉਹਦੇ ਪਾਰਟੀ ਦਾ ਹੈਗਾ। ਪਾਰਟੀ ਦਾ ਵੀ ਨਹੀਂ, ਅਸਲ ਵਿੱਚ ਉਹ ਅਡਾਨੀ ਅਬਾਨੀ ਦਾ ਆਪਣੇ ਆਪ ਨੂੰ ਕਰਿੰਦਾ ਸਮਝਦਾ। ਉਹਦੇ ਕਹਿਣ 'ਤੇ ਵੀ ਤੁਹਾਨੂੰ ਦੇਖੋ ਇੰਨਾ ਕਮਾਲ ਹੋਰ ਦੇ ਦਿਓ, ਤੁਹਾਨੂੰ ਇੰਨੀ ਸੱਤਾ ਹੋਰ ਇਕੱਠੀ ਕਰ ਦੇਣਾ, ਇੰਨਾ ਕਮਾਲ ਤਰੰਗਲੀ ਲੈ ਕੇ ਸਵੇਰੇ ਸੱਤਾ ਇਕੱਠੀ ਕਰਨ ਚੱਲ ਪੈਂਦਾ। ਔਰ ਫਿਰ ਤੈਨੂੰ ਜਿਹੋ ਜਿਹਾ ਐਂ ਉਹ ਕਰਕੇ ਭਾਸ਼ਣ ਜਿਵੇਂ ਐਂ ਵੱਡੇ ਵੱਡੇ ਹੱਥ ਖਿਲਾਰ ਕੇ ਦਿੰਦਾ, ਅਤੇ ਉਹਦੇ 'ਚ ਤਾਂ ਉਹਦੀ ਕਲਾਕਾਰੀ ਹੈ, ਇਸੇ ਦਾ ਹੀ ਉਹਨੂੰ ਅੱਗੇ ਲਾਇਆ, ਇਸੇ ਦਾ ਹੀ ਫਾਇਦਾ। ਇਸ ਲਈ ਮੈਨੂੰ ਲੱਗਦਾ ਕਿ ਸੱਤਾ ਜੀਵੀ ਅਜੇ ਆਪਣੇ ਸੱਤਾ ਦੇ ਨਸ਼ੇ ਵਿੱਚ ਕਾਫੀ ਗਰੂਰ ਹੈਗੇ। ਉਹਨਾਂ ਨੂੰ ਆਮ ਜਨਤਾ ਦਾ ਟਾਈਮ ਨਹੀਂ ਲੱਗ ਰਿਹਾ, ਕਿਸਾਨਾਂ ਦਾ ਉਹਨਾਂ ਕੋਲ। ਉਹ ਲੱਗਦਾ ਕਿ ਸ਼ਾਇਦ ਥਕਾ ਦੇਣਗੇ, ਇਹ ਗਲਤ ਪਾਸੇ ਸੋਚ ਰਹੇ ਆ। ਇਹਦਾ ਉਲਟਾ ਇੱਕ ਰਾਜਨੀਤਿਕ ਗਹਿਰਾ ਸੰਕਟ ਸਾਡੇ ਸਮਾਜ 'ਚ, ਪੰਜਾਬ 'ਚ, ਦੇਸ਼ ਦੇ ਅੰਦਰ ਪੈਦਾ ਹੋ ਸਕਦਾ। ਏਡੀ ਵੱਡੀ ਵਿਸ਼ਾਲ ਅਤੇ ਏਡੀ ਵੱਡੀ ਮਜ਼ਬੂਤ ਕਿਸਾਨ ਮੂਵਮੈਂਟ ਆਜ਼ਾਦ ਭਾਰਤ ਵਿੱਚ ਪਹਿਲਾਂ ਕਦੀ ਨਹੀਂ ਦੇਖਣ ਨੂੰ ਮਿਲੀ। ਬਾਕੀ ਕਹਿੰਦੇ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਅੰਦੋਲਨ, ਅਜਿਹਾ ਅੰਦੋਲਨ ਜਿਹੜਾ ਸ਼ਾਂਤੀਪੂਰਵਕ ਢੰਗ ਨਾਲ ਇੰਨਾ ਲੰਬਾ ਸਮਾਂ ਚੱਲ ਰਿਹਾ ਹੈਗਾ ਆ, ਔਰ ਇੰਨੀ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਆ। ਮੇਰਾ ਇਹੀ ਮੋਦੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਇਨਕਮ ਦੁੱਗਣੀ ਕਰਨੀ ਭੁੱਲ ਜਾਓ, ਨਹੀਂ ਤੁਸੀਂ ਕਰਨੀ, ਤੁਸੀਂ ਹੈ ਗਪੌੜ ਸੰਖ। ਇਸ ਲਈ ਉਹ ਗੱਪਾਂ ਮਾਰਨੀਆਂ ਛੱਡੋ, ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿਵਾਓ ਕਿ ਤੁਹਾਡੀ ਕਦੀ ਜ਼ਮੀਨ ਨਹੀਂ ਖੋਈ ਜਾਊਗੀ। ਤੁਸੀਂ ਉਹ ਤਾਂ ਹੀ ਭਰੋਸਾ ਬਣਨਾ ਜੇ ਤੁਸੀਂ ਕਾਨੂੰਨ ਇੱਕ ਵਾਰੀ ਸਸਪੈਂਡ ਕਰ ਦਿਓ। ਤੁਸੀਂ 5 ਸਾਲ ਲਈ ਐਲਾਨ 'ਤੇ ਕਰ ਦਿਓ, 5 ਸਾਲ ਨਹੀਂ ਤਾਂ 3 ਸਾਲ ਲਈ ਕਰ ਦਿਓ। ਤੁਹਾਡੀ 3 ਸਾਲ ਟਰਮ ਹੈਗੀ, ਲੋਕਾਂ ਨੂੰ ਲੱਗ ਜੂਗਾ ਕਿ ਟੇਢੇ ਢੰਗ ਦੇ ਨਾਲ ਇਹ ਰਿਪੀਲ ਹੋ ਰਹੇ ਆ। ਕਮੇਟੀ ਬਣਾ ਦਿਓ ਇੱਕ ਇਹੋ ਜਿਹੀ, ਜਿਹੜੀ ਕਮੇਟੀ ਦੇ ਵਿੱਚ ਮੈਂਬਰ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਲੈ ਲਓ, ਉਹਨਾਂ ਦੇ ਵਕੀਲਾਂ ਨੂੰ ਲੈ ਲਓ, ਅਰਥ ਸ਼ਾਸਤਰੀਆਂ ਨੂੰ ਲੈ ਲਓ, ਜਿਹੜੇ ਪਬਲਿਕ ਦੇ ਅਰਥ ਸ਼ਾਸਤਰੀ ਹੈਗੇ, ਉਹ ਕੁੱਲ ਮਿਲਾ ਕੇ ਉਹ ਹੋਊਗਾ ਕਿ ਫਿਰ ਗੱਲ ਇੱਕ ਕਿਸਮ ਦੀ ਖਟਾਰੇ ਪਈ ਰਹੂਗੀ, ਚਰਚਾ ਹੁੰਦੀ ਰਹੂਗੀ, ਸਾਰਾ ਕੁਝ। ਇਸ ਤਰੀਕੇ ਨਾਲ ਜੇ ਸਿੱਧਾ ਨਹੀਂ ਕਰਨਾ, ਇਨਡਾਇਰੈਕਟਲੀ ਕਰ ਲਓ। ਮੈਂ ਤਾਂ ਇਹਨਾਂ ਨੂੰ ਇੱਕ ਹੋਰ ਤਰੀਕਾ ਬਹੁਤ ਵਾਰੀ ਦੱਸਿਆ ਸੀ ਵੀ ਕੋਰਟ ਰਾਹੀਂ ਕਰਵਾ ਦਿਓ, ਕੋਰਟ ਰਾਹੀਂ ਸਟ੍ਰਾਈਕ ਡਾਊਨ ਆਰਾਮ ਨਾਲ ਹੋ ਸਕਦੀ ਹੈ ਕਿ ਡਿਵੀਜ਼ਨ ਆਫ ਵੋਟ ਹੋਈ ਨਹੀਂ ਜੀ, ਫਿਰ ਇਹ ਜੀ ਏਰੀਆ ਹੀ ਨਹੀਂ ਹੈਗਾ, ਇਹ ਤਾਂ ਕੰਕਰੈਂਟ ਲਿਸਟ ਵਿੱਚ ਇਹ ਚੀਜ਼ ਹੈ ਹੀ ਨਹੀਂ ਜਿਹੜੀ ਉਹਨਾਂ ਨੇ ਕਾਨੂੰਨ, ਇਹ ਵੈਸੇ ਗੈਰ ਸੰਵਿਧਾਨਕ ਕਾਨੂੰਨ ਬਣਾਏ, ਉਹਦਾ ਪੁਆਇੰਟ ਲੈ ਕੇ ਕਰਵਾ ਦਿਓ। ਜੇ ਆਪ ਨਹੀਂ ਕਰਨਾ ਤਾਂ ਕੋਰਟ ਰਾਹੀਂ ਕਰਵਾ ਲਓ। ਅਸੀਂ ਇਹ ਲੱਗੇ ਰਹਾਂਗੇ, ਇਹ ਕੋਰਟ ਰਾਹੀਂ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਕਰਨ, ਇਹ ਇਹਨਾਂ ਦੀ ਮਰਜ਼ੀ ਆ, ਸਸਪੈਂਡ ਕਰਨ, ਜੋ ਮਰਜ਼ੀ ਕਰਨ। ਪਰ ਇੱਕ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਮੋਦੀ ਜੀ ਨੂੰ ਸਾਫ਼ ਪਤਾ ਹੋਣਾ ਚਾਹੀਦਾ ਕਿ ਕਿਸਾਨ ਵੀਰ ਘਰਾਂ ਨੂੰ ਵਾਪਸ ਨਹੀਂ ਆਉਣਗੇ ਹੁਣ। ਜਿਸ ਤਰ੍ਹਾਂ ਇਹ ਜਨ ਅੰਦੋਲਨ ਬਣ ਚੁੱਕਾ, ਇਸ ਜਨ ਅੰਦੋਲਨ ਦੇ ਵਿੱਚ ਇਕੱਲੇ ਕਿਸਾਨ ਨਹੀਂ, ਉਹ 'ਚ ਮਜ਼ਦੂਰ, ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਦਲਿਤ ਸਮੁਦਾਇ ਦਾ ਦੱਸਿਆ, ਉਹਨੂੰ ਲੱਗਦਾ ਸਾਡੀ ਤਾਂ ਰੋਟੀ ਖੁੱਸ ਜਾਣੀ, ਸਾਨੂੰ ਤਾਂ ਜਿਹੜੀ ਮਾੜੀ ਮੋਟੀ ਆਲੂ ਦਾਲ ਲੈ ਕੇ ਰੋਟੀ ਖਾਂਦੇ ਆ ਉਹ ਸਾਡੇ ਕੋਲ ਖੁੱਸ ਜਾਣੇ ਆ। ਹੁਣ ਆਲੂ ਮਾਰਕੀਟ 'ਚ ਮੈਂ ਕੱਲ੍ਹ ਲੈ ਕੇ ਆਇਆ ਅਤੇ ਉਹ 5-7 ਰੁਪਈਏ ਕਿਲੋ ਮਿਲ ਰਹੇ ਆ, ਜਦ ਕਿ ਹੁਣੇ ਹੀ 60-70 ਰੁਪਈਏ ਸੀ, 10 ਗੁਣਾ, ਜਾਣੀ 2 ਮਹੀਨੇ ਪਹਿਲਾਂ 10 ਗੁਣਾ ਮਹਿੰਗੇ ਸੀ। ਜਾਣੀ ਗਰੀਬ ਨੂੰ ਚਾਰੇ ਪਾਸਿਓਂ ਲੁੱਟੀ ਜਾਣਾ। ਇਹ ਸਰਕਾਰ ਉਹ ਈਸਟ ਇੰਡੀਆ ਕੰਪਨੀ ਵਰਗੇ ਵਪਾਰੀਆਂ ਦੀ ਬਣ ਗਈ, ਖਾਸ ਕਰ ਜਿਹੜੇ ਗੁਜਰਾਤੀ ਐਨ ਟ੍ਰੇਨਡ ਆ ਇਹਨਾਂ ਕੰਮਾਂ 'ਚ ਹੀ, ਉਹਨਾਂ ਦਾ ਕਰੈਕਟਰ ਹੀ ਇਹ ਹੈ, ਉਹਨਾਂ ਦੀ ਬਣ ਗਈ ਹੈ। ਇਹਨਾਂ ਤੋਂ ਬਚਣਾ ਕਿਵੇਂ? ਸਾਰੇ ਦੇਸ਼ ਨੂੰ ਇਕੱਠੇ ਹੋਣਾ ਪਊਗਾ, ਜਿਵੇਂ ਦੇਸ਼ ਦੀ ਆਜ਼ਾਦੀ ਵੇਲੇ ਇਕੱਠੇ ਹੋਏ ਸੀ। ਇਹ ਗੱਪਾਂ ਰੇੜ ਰਹੇ ਆ ਕਿ ਅਸੀਂ ਇਨਕਮ ਦੂਜੀ ਕਰਾਂ। ਵਿੱਚੇ ਰਮੇਸ਼ ਚੰਦ ਨੀਤੀ ਆਯੋਗ ਦੇ ਮੈਂਬਰ ਆ ਜਿਹੜੇ, ਵਿੱਚੇ ਮੋਦੀ ਜੀ ਕਹਿ ਰਹੇ ਆ ਕਿ ਨਹੀਂ, ਲਿਬਰਲ ਏਜੰਡੇ ਤੋਂ, ਆਧਾਰਵਾਦੀ ਏਜੰਡੇ ਤੋਂ ਬਗੈਰ, ਮਾਰਕੀਟ ਦੇ ਵਿੱਚ ਸਾਰੀ ਖੇਤੀ ਨੂੰ ਖੜੇ ਕਰਨ ਤੋਂ ਬਗੈਰ ਤੁਹਾਡਾ ਕੁਝ ਬਣ ਨਹੀਂ ਸਕਦਾ। ਇਹ ਝੂਠ ਬੋਲ ਰਹੇ ਆ, ਕਾਰਪੋਰੇਟਾਂ ਦੀ ਬੋਲੀ ਬੋਲ ਰਹੇ ਆ, ਕਿਸਾਨ ਸਾਰਾ ਸਮਝ ਚੁੱਕੇ ਆ। ਇਸ ਲਈ ਹੋਰ ਸਰਕਾਰ ਦੇ ਕੱਪੜੇ ਨਾ ਉਤਰਨ, ਕਿਉਂਕਿ ਸਰਕਾਰ ਦੇ ਵੀ ਤਾਂ ਕੱਪੜੇ ਰੋਜ਼ ਉਤਰ ਹੀ ਰਹੇ ਆ, ਹੈ ਨਾ। ਇਹ ਕੱਪੜੇ ਨਾ ਉਤਰਨ ਔਰ ਲੋਕਾਂ ਹੀ ਉਹਨਾਂ ਦਾ ਚਿਹਰਾ ਜਿਹੜਾ ਮੋਦੀ ਜੀ ਦਾ ਅਸਲੀ ਚਿਹਰਾ, ਇਹ ਫਕੀਰਾਂ ਵਾਲੇ ਚਿਹਰੇ ਦੇ ਪਿੱਛੇ ਜਿਹੜਾ ਹੋਰ ਦੂਸਰਾ ਚਿਹਰਾ, ਖੂੰਖਾਰ ਚਿਹਰਾ,
ਉਹ ਇਦੋਂ ਪਹਿਲਾਂ ਕਿ ਕੋਈ ਨੰਗਾ ਕਰਨ ਮੇਰਾ ਖਿਆਲ ਹੈ ਕੋਈ ਨਾ ਕੋਈ ਸਮਝੌਤਾ ਕਰਕੇ ਕਿਸਾਨਾਂ ਨੂੰ ਘਰੋ ਘਰੀ ਵਾਪਸ ਤੋਰਨਾ ਚਾਹੀਦਾ। ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਹਰ ਵਰਗ ਦਾ ਜਿਹੜਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨ ਇਹਨਾਂ ਨੇ ਭਾਰਤ ਬੰਦ ਕੀਤਾ ਸੀ ਤਾਂ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਸੀ ਤੇ ਆੜ੍ਹਤੀਏ ਜਿਹੜੇ ਹੈਗੇ ਉਹ ਵੀ ਕਿਸਾਨਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਹੈਗੇ ਆ। ਸਾਰਿਆਂ ਦਾ ਸਮਰਥਨ ਤਾਂ ਮਿਲ ਰਿਹਾ ਆ। ਹੁਣ ਇਹ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਤੁਸੀਂ ਕਹਿ ਦਿੱਤਾ ਕਿ ਸ਼ਾਇਦ ਇਹ ਲੰਬਾ ਚੱਲ ਸਕਦਾ ਆ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗੀ ਕਿ ਨਹੀਂ? ਦੇਖੋ, ਇਸ ਤਰ੍ਹਾਂ ਦਾ ਜਿਹੜਾ ਇਹ ਸਵਾਲ ਆ, ਤੁਹਾਡਾ ਇੰਟਰਸਟ ਤਾਂ ਇਸੇ 'ਚ ਆ, ਸਾਡਾ ਇੰਟਰਸਟ ਵੀ ਇਸ ਵਿੱਚ ਆ। ਪਰ ਕੋਈ ਵੀ ਜਦੋਂ ਸੰਘਰਸ਼ ਵਿੱਚ ਉਤਰਿਆ, ਮੋਦੀ ਵਾਂਗੂ ਝੂਠ ਬੋਲਣਾ ਹੋਵੇ ਤਾਂ ਮੈਂ ਤਾਂ ਕਹੂੰਗਾ ਲੈ 5 ਦਿਨਾਂ 'ਚ ਖਤਮ ਕੀਤਾ ਜੀ, ਕਿਹੜੀ ਗੱਲ ਆ, ਅਸੀਂ ਮੋਦੀ ਨੂੰ ਲੱਭ ਰਹੇ ਹਾਂ, ਹੁਣੇ ਫੜ ਕੇ ਲਿਆਵਾਂਗੇ, ਅਸੀਂ ਘੇਰ ਕੇ ਰੱਸਾ ਬਾਲਣਾ, ਅਸੀਂ ਤਾਂ ਚੱਲੇ ਪਾਰਲੀਮੈਂਟ ਨੂੰ ਘੇਰਨ। ਮੈਂ ਗੱਪਾਂ ਮਾਰ ਸਕਦਾ, ਪਰ ਅਸੀਂ ਸੀਰੀਅਸ ਬੰਦੇ ਹਾਂ, ਅਸੀਂ ਗੱਪਾਂ ਪੇਲਣੀਆਂ ਨਹੀਂ ਚਾਹੀਦੀਆਂ। ਅਸੀਂ ਯੁੱਧ 'ਚ ਉਤਰੇ ਹਾਂ, ਇਨਸਾਫ ਦਾ ਯੁੱਧ ਆ, ਹੱਕ ਦਾ ਯੁੱਧ ਆ, ਬਚਾਅ ਦਾ ਯੁੱਧ ਆ, ਔਰ ਇਮਾਨਦਾਰੀ ਦਾ ਵੀ ਯੁੱਧ ਹੈਗਾ। ਅਸੀਂ ਉਸ ਯੁੱਧ 'ਚ ਆਪਣੀਆਂ ਤੇਗਾਂ ਮਾਰ ਰਹੇ ਜੋ ਮਾਰਨੀਆਂ, ਔਰ ਸਾਨੂੰ ਆਪਣੀ ਸ਼ਕਤੀ 'ਤੇ ਮਾਣ ਆ। ਤੁਸੀਂ ਘਮੰਡ ਨਹੀਂ ਕਹਿੰਦਾ, ਮੈਂ ਮਾਣ ਹੈਗਾ। ਅਸੀਂ ਉਹਦੇ ਆਧਾਰ 'ਤੇ ਕਹਿੰਦੇ ਹਾਂ ਕਿ ਅਸੀਂ ਜਿੱਤਿਆਂ ਬਗੈਰ ਵਾਪਸ ਨਹੀਂ ਜਾਣਾ। ਇਹ ਕਿਵੇਂ ਹੁੰਦਾ, ਕਿੰਨਾ ਹੁੰਦਾ, ਉਹ ਸਾਡੀ ਸ਼ਕਤੀ 'ਤੇ, ਸਾਡੀ ਬਲ 'ਤੇ, ਸਾਡੀ ਸਟਰੈਟਜੀ 'ਤੇ, ਸਾਡੇ ਲੋਕਾਂ ਦਾ ਸਾਡੇ ਨਾਲ ਜਿਹੜਾ ਸਾਥ ਆ ਉਹਦੇ 'ਤੇ ਡਿਪੈਂਡ ਕਰਦਾ। ਅਸੀਂ ਤਾਂ ਹੀ ਆਲ ਇੰਡੀਆ ਵੀ ਜਾ ਕੇ ਆਏ ਹਾਂ, ਪੱਛਮੀ ਬੰਗਾਲ ਵੀ ਜਾ ਕੇ ਆਏ ਹਾਂ, ਹੋਰ ਜਗ੍ਹਾ 'ਤੇ ਵੀ ਸਾਰੀ ਕੇਰਲਾ ਤੱਕ ਭਾਸ਼ਣ ਕਿਸਾਨ ਵੀਰ ਦੇ ਕੇ ਆਏ ਆ। ਹਾਲਾਂਕਿ ਉਹਨਾਂ ਦੇ ਮੁੱਦੇ ਥੋੜ੍ਹੇ ਸਾਡੇ ਨਾਲੋਂ ਅਲੱਗ ਹੈਗੇ। ਕਈ ਜਗ੍ਹਾ 'ਤੇ ਜਿੱਥੇ ਖੇਤੀ ਜਿਹੜੀ ਆ ਉਹ ਵਿਕਣ ਆਉਂਦੀ ਆ, ਜ਼ਿਆਦਾ ਮਾਰਕੀਟ ਦੇ ਓਰੀਐਂਟਡ ਆ, ਉੱਥੇ ਸਾਡੇ ਵੇਲੇ ਮੁੱਦੇ ਹੈਗੇ। ਪਰ ਜਿੱਥੇ ਕੁਝ ਅਜੇ ਖੇਤੀ ਹੈ ਹੀ ਬੜੀ ਪੂਰ ਆ, ਬਹੁਤਾ ਸਰਪਲਸ ਹੈ ਹੀ ਨਹੀਂ, ਮਾਰਕੀਟ 'ਚ ਜਾਣਾ ਹੀ ਨਹੀਂ, ਉਹਨਾਂ ਨੂੰ ਕੋਈ ਸਾਡੀ ਗੱਲ ਬਹੁਤੀ ਸਮਝ ਨਹੀਂ ਪੈਂਦੀ। ਪਰ ਇੱਕ ਗੱਲ ਸਾਫ਼ ਹੋ ਗਈ ਆ ਦੇਸ਼ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਵੀ, ਕਿ ਖੇਤੀ 'ਤੇ ਮਜ਼ਦੂਰਾਂ 'ਤੇ ਦਲਿਤਾਂ 'ਤੇ ਇਸ ਕਿਸਮ ਦੇ ਜਿਹੜੇ ਵੱਡੇ ਹਮਲੇ ਤੇ ਪਬਲਿਕ ਸੈਕਟਰ 'ਤੇ ਕੀਤੇ ਜਾ ਰਹੇ ਆ, ਇਹ ਆਉਣ ਵਾਲੇ ਸਮੇਂ 'ਚ ਦੇਸ਼ ਦੇ ਅੰਦਰ ਵੱਡਾ ਰਾਜਨੀਤਿਕ ਅਤੇ ਆਰਥਿਕ ਸੰਕਟ ਖੜਾ ਕਰਨਗੇ, ਹਰ ਹਾਲਤ ਕਰਨਗੇ। ਮੈਂ ਹੁਣ ਵੀ ਨਗਾਰੇ ਦੀ ਚੋਟ 'ਤੇ ਕਹਿੰਦਾ। ਫਿਰ ਮੈਂ ਉਸ ਆਧਾਰ 'ਤੇ ਕਹਿੰਦਾ ਕਿ ਇਹ ਜਿਹੜੀਆਂ ਮੂਵਮੈਂਟਾਂ, ਕਿਸਾਨ ਜਿੱਤ ਵੀ ਜਾਣ, ਕੱਲ੍ਹ ਨੂੰ ਜਿੱਤ ਜਾਣ ਜਾਂ ਮਹੀਨੇ ਨੂੰ ਜਿੱਤ ਜਾਣ ਜਾਂ 2 ਮਹੀਨੇ ਨੂੰ ਜਿੱਤ ਜਾਣ, ਕਿਸਾਨ ਜਿੱਤ ਵੀ ਜਾਣ, ਇਹ ਮੁੱਦੇ ਖਤਮ ਨਹੀਂ ਹੋਣੇ, ਇਹ ਮੂਵਮੈਂਟਾਂ ਖਤਮ ਨਹੀਂ ਹੋਣੀਆਂ। ਦੇਸ਼ ਇੱਕ ਲੰਬੇ ਸੰਕਟ ਦੇ ਦੌਰ ਵਿੱਚੋਂ ਦੀ ਨਿਕਲੂਗਾ, ਜਿਹਦੇ ਵਿੱਚ ਹੋਰ ਵਿਸ਼ਾਲ ਵੱਡੀਆਂ ਮੂਵਮੈਂਟਾਂ ਤੁਹਾਨੂੰ ਜਨ ਅੰਦੋਲਨ ਦੇਖਣ ਨੂੰ ਮਿਲਣਗੇ। ਅਤੇ ਉੱਧਰ ਅੱਗੇ ਇੱਕ ਪਾਸੇ ਮੋਦੀ ਜੀ ਹੋਣਗੇ ਅਤੇ ਅਮਿਤ ਸ਼ਾਹ ਦੀ ਜੋੜੀ ਬੈਠੀ ਹੋਊਗੀ, ਦੂਜੇ ਪਾਸੇ ਪੂਰਾ ਦੇਸ਼ ਹੋਊਗਾ ਇਹਨਾਂ ਨੂੰ ਥੱਲੇ ਖਿੱਚਣ ਲਈ, ਜਿੱਥੇ ਕਾਰਪੋਰੇਟਾਂ ਨੇ ਇਹਨਾਂ ਨੂੰ TC 'ਤੇ ਕੁਤਬ ਮੀਨਾਰ 'ਤੇ ਚੜ੍ਹਾ ਕੇ ਬਿਠਾ ਦਿੱਤਾ, ਉਹ ਥੱਲੇ ਧਰਤੀ 'ਤੇ ਲਿਆਉਣ ਲਈ। ਇਹ ਜਦੋਂ ਜਦ ਚੱਲਦੀ ਰਹੂਗੀ। ਅਖੀਰ 'ਚ ਤੁਹਾਡੀ ਜਿਹੜੀ ਗੱਲ ਇਹ ਹੈ ਕਿ ਹਾਂ, ਕਿ ਇਸ ਦਾ ਤੁਸੀਂ ਕੀ ਨਵਾਂ ਪਿਓਂਤੜਾ ਅਸੀਂ ਲੈ ਸਕਦੇ ਹਾਂ, ਕਿਸਾਨ ਵੀਰ ਜਿਹੜੇ ਸਾਰੇ, ਕਿਉਂਕਿ ਮੈਂ ਆਪਣੇ ਆਪ ਨੂੰ ਕਿਸਾਨ ਹੀ ਸਮਝਦਾ, ਉਹਨਾਂ ਦੇ ਨਾਲ ਹੀ ਸਾਰੀ ਗੱਲ ਰਲ ਕੇ ਕਰਦੇ ਹਾਂ। ਮੇਰਾ ਖਿਆਲ ਹੈ ਕਿ ਕੁਛ ਨਾ ਕੁਛ ਉੱਥੇ ਜ਼ਰੂਰ ਕਰਨ ਦੀ ਲੋੜ ਹੈਗੀ। ਆਪਾਂ ਪਿੰਡੋ ਪਿੰਡੀ ਪੰਜਾਬ 'ਚ, ਹਰਿਆਣੇ 'ਚ, ਪੱਛਮੀ UP, ਸਾਰੇ ਹੋਰ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਸਾਮ, ਈਵਨ ਕਰਨਾਟਕਾ, ਕੇਰਲਾ, ਸਭ ਜਗ੍ਹਾ, ਤਾਮਿਲਨਾਡੂ, ਸਾਰੀ ਜਗ੍ਹਾ ਵੱਡੀਆਂ, ਮਹਾਰਾਸ਼ਟਰ 'ਚ ਰੈਲੀਆਂ ਕਰ ਆਏ, ਰਾਜਸਥਾਨ 'ਚ ਕਰ ਲਈਆਂ, ਸਾਰੀ ਜਗ੍ਹਾ ਵੱਡੀਆਂ ਰੈਲੀਆਂ, ਕਿਸਾਨ ਮਹਾਂ ਪੰਚਾਇਤਾਂ ਹੋ ਚੁੱਕੀਆਂ। ਹੁਣ ਲੋੜ ਆ ਕਿ ਆਪਾਂ ਲਾਸਟ ਵਿੱਚ ਕੋਈ ਨਵਾਂ ਇਹਨਾਂ ਨੂੰ ਡਿਸਟਰਬ ਕਰਨ ਦਾ, ਇਹਨਾਂ ਦੀ ਜਿਹੜੀ ਥੋੜ੍ਹੀ ਨੀਂਦ ਖਰਾਬ ਕਰਨ ਦਾ ਕੋਈ ਤਰੀਕਾ ਕੱਢੀਏ। ਉਹਦੇ ਵਿੱਚ ਇੱਕ ਜਿਹੜਾ ਈਜ਼ੀ ਤਰੀਕਾ ਹੈ ਕਿ ਜੇਲ੍ਹ ਭਰੋ। ਅਤੇ ਕਈ ਕਹਿੰਦੇ ਆ ਵੀ ਜੇਲ੍ਹ ਨਹੀਂ, ਆਪਾਂ ਦਿੱਲੀ ਦੀਆਂ ਜਿਹੜੀਆਂ ਸਾਰੀਆਂ ਟ੍ਰੇਨ ਦੇ ਟਰੈਕ ਆ ਉਹਨਾਂ ਨੂੰ ਰੋਕੋ, ਦਿੱਲੀ 'ਚ ਗੱਡੀਆਂ ਨਾ ਆਉਣ ਦਿਓ, ਦੇਖਦੇ ਫਿਰ ਕੀ ਕਰਦਾ। ਇਹ ਸਾਡਾ ਜਿਹੜਾ ਯੂਥ ਥੋੜ੍ਹਾ ਮਿਲੀਟੈਂਟ ਗਰਮ ਖੂਨ ਵਾਲੇ ਆ, ਉਹ ਇਹ ਕਹਿੰਦੇ ਕਿ ਥੋੜ੍ਹਾ ਮਿਲੀਟੈਂਟ ਐਕਸ਼ਨ ਦਿਓ ਤਾਂ ਜਾ ਕੇ ਇਹਨਾਂ ਨੂੰ ਹੋਊਗਾ। ਅਸੀਂ ਜਿਹੜੇ ਥੋੜ੍ਹੀ ਜਿਹੀ ਵੱਡੀ ਉਮਰ ਵਾਲੇ ਕਹਿੰਦੇ ਆ ਵੀ ਨਹੀਂ ਸਹਿੰਦਾ ਕਰੀ ਚੱਲੀਏ, ਲੱਗੇ ਰਹੀਏ, ਆਪਾਂ ਜ਼ਰੂਰ ਜਿੱਤਾਂਗੇ। ਕਿਉਂਕਿ ਡਰ ਸਾਨੂੰ ਹਮੇਸ਼ਾ ਦਮਨ ਇਸ ਗੱਲ ਦਾ ਹੁੰਦਾ ਕਿ ਕੋਈ ਜ਼ਿਆਦਾ ਮਿਲੀਟੈਂਟ ਐਕਸ਼ਨ ਹੋ ਜਾਏ, ਉਹਨੂੰ ਸਾਂਭਣਾ ਕਿਵੇਂ ਆ। ਜਿਵੇਂ 26 ਜਨਵਰੀ ਨੂੰ ਹੋਇਆ ਸੀਗਾ, ਉਹ ਤਾਂ ਅਸੀਂ ਸਾਰਿਆਂ ਨੇ ਵੇਖਿਆ ਹੀ ਹੈਗਾ ਕਿ ਕੀ ਘਟਨਾਕ੍ਰਮ ਉੱਥੇ ਹੋ ਗਿਆ ਸੀਗਾ। ਉਹ ਤਾਂ ਮਿਲੀਟੈਂਸੀ ਨਹੀਂ ਸੀ ਕੀਤੀ, ਉਹ ਤਾਂ ਐਵੇਂ ਸਰਕਾਰ ਨੇ ਜ਼ਿਆਦਾ ਉਸ ਨੂੰ ਬਣਾ ਲਿਆ। ਉਹ ਕਿਸੇ ਨੇ ਕੁੱਟ ਮਾਰ ਜਾਂ ਇਹੋ ਜਿਹਾ ਨਹੀਂ ਹੋਇਆ, ਮਾੜਾ ਮੋਟਾ ਹੋਇਆ ਵੀ ਹੋਊਗਾ, ਪਰ ਉਸ ਕਿਸਮ ਦਾ ਕਿਸੇ ਵੱਲੋਂ ਨਹੀਂ ਸੀ। ਮਿਲੀਟੈਂਸੀ ਦਾ ਮਤਲਬ ਉੱਧਰੋਂ ਤੁਸੀਂ ਗੱਡੀਆਂ ਰੋਕ ਦਿਓ, ਜਿਹੜੀ ਰੇਲਵੇ ਪੁਲਿਸ ਆ, ਫੋਰਸ ਆ, ਸਾਰੀ ਉਹ ਆ ਜਾਵੇ ਕਿ ਤੁਹਾਨੂੰ ਅਸੀਂ ਰੇਲ ਟਰੈਕ ਤੋਂ ਹਟਾਉਣਾ, ਅਤੇ ਕਨਫਰੰਟੇਸ਼ਨ ਤਾਂ ਹੋ ਗਈ ਨਾ। ਇਹ ਕਹਿਣ ਵੀ ਅਸੀਂ ਛੱਡਣਾ ਨਹੀਂ, ਸਾਡੇ ਕਿਸਾਨ ਲੀਡਰਾਂ ਦਾ ਹੁਕਮ ਆ।
ਉੱਥੇ ਗੋਲੀ ਚੱਲ ਜੇ ਫਿਰ ਆਪਾਂ ਦੂਜੇ ਪਾਸੇ ਨੂੰ ਚੱਲਾਂਗੇ। ਇਸ ਲਈ ਮੇਰਾ ਸੋਚਣਾ ਇਹ ਹੈ ਕਿ ਸਾਨੂੰ ਹਰ ਉਹ ਤਰੀਕਾ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਅਸੀਂ ਪੀਸਫੁਲ ਮੂਵਮੈਂਟ ਰੱਖੀ ਹੈ ਕਿ ਉਹ ਮਜ਼ਬੂਤ ਵੀ ਹੋਵੇ, ਉਹਦੇ 'ਚ ਨਵੇਂ ਤੋਂ ਨਵਾਂ ਕੋਈ ਦਾਅ ਪੇਚ ਵੀ ਆਵੇ, ਲੋਕਾਂ ਦੀ ਦਿਲਚਸਪੀ ਬਣੀ ਰਵੇ ਔਰ ਉਹਦੇ 'ਚ ਅੱਗੇ ਨਾਲੋਂ ਜ਼ਿਆਦਾ ਤਿੱਖਾਪਣ ਵੀ ਹੋਵੇ ਇਨ ਡਿਗਰੀਜ਼। ਪਰ ਜੇ ਤੁਸੀਂ ਅਚਾਨਕ ਕਹੋਗੇ ਛੇਤੀ ਨਾਲ ਜੱਫਾ ਮਾਰ ਕੇ ਅਸੀਂ ਕੋਈ ਛੇਤੀ ਨਾਲ ਕਰ ਲਈਏ, ਉਹਦੇ ਵਿੱਚ ਕਈ ਵਾਰੀ ਤਾਂ ਬੜੇ ਚੰਗੇ ਰਿਜ਼ਲਟ ਤੁਰੰਤ ਨਿਕਲਦੇ ਵੀ ਹੈ, ਪਰ ਨਾਲ ਹੀ ਉੱਡਾ ਹੀ ਵੱਡਾ ਰਿਸਕ ਵੀ ਅਸੀਂ ਮੁੱਲ ਜ਼ਰੂਰ ਲੈਂਦੇ ਹਾਂ। ਇਹ ਕਿਸਾਨ ਵੀਰਾਂ ਨੇ ਦੇਖਣਾ, ਉਹਨਾਂ ਦੀ ਲੀਡਰਸ਼ਿਪ ਨੇ ਦੇਖਣਾ ਕਿ ਕਿਹੜੀ ਗੱਲ ਉਹਨਾਂ ਨੂੰ ਇਹਨਾਂ ਹਾਲਾਤਾਂ 'ਚ ਆਪਣੇ ਪਰ ਤੋਲ ਕੇ ਕਿ ਸਾਡੀ ਤਾਕਤ ਕਿੰਨੀ ਆ, ਕਿੱਥੇ ਤੱਕ ਅਸੀਂ ਲਿਜਾ ਸਕਦੇ ਹਾਂ, ਉਹਨਾਂ ਸਮੁੱਚਾ ਜਿਹੜਾ ਫੈਸਲਾ ਕਰਨਾ। ਪਰ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜੋ ਸਾਡੇ ਵੱਸ ਦੀ ਗੱਲ ਆ ਉਹ ਇਹੀ ਹੈ ਕਿ ਆਪਾਂ ਸਿੰਘੂ ਟਿੱਕਰੀ ਬਾਰਡਰ, ਗਾਜੀਪੁਰ ਬਾਰਡਰ, ਹੋਰ ਪਲਵਲ ਸਾਰਿਆਂ ਤੋਂ ਹੱਲਾ ਬੋਲ ਥੋੜ੍ਹਾ ਜਿਹਾ ਅੱਗੇ ਨਾਲੋਂ ਤਿੱਖਾ ਕਰੀਏ। ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਦਮਨ ਤੁਹਾਡਾ ਅਤੇ ਤੁਹਾਡੇ ਸਾਥੀਆਂ ਦਾ ਧੰਨਵਾਦ ਜੀ। ਦਰਸ਼ਕੋ, ਵਾਕਈ ਕੋਈ ਵੀ ਅੰਦੋਲਨ ਹੋਵੇ ਉਸ ਨੂੰ ਜਿਹੜਾ ਹੈ ਬੜਾ ਹੀ ਸ਼ਾਂਤੀਪੂਰਵਕ ਢੰਗ ਨਾਲ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਜਿਹੜਾ ਉਸ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ ਹਾਂ। ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਆ ਤੇ ਕੇਂਦਰ ਸਰਕਾਰ ਵੀ ਵਾਰ-ਵਾਰ ਇਹ ਕਹਿ ਰਹੀ ਹੈ ਕਿ ਉਹਨਾਂ ਵੱਲੋਂ ਬਣਾਏ ਗਏ 3 ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨੇ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸਾਨ ਅੰਦੋਲਨ ਕਿਸ ਰੁਖ ਵੱਲ ਜਾਵੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।